ਤੁਹਾਨੂੰ ਕਿੱਥੇ ਲੱਗਿਆ ਕਿ ਸਾਡੀ ਨਿਆਂ ਵਿਵਸਥਾ ਜਿਹੜੀ ਉਹ ਆਪਣੀ ਭੂਮਿਕਾ ਅਦਾ ਨਹੀਂ ਕਰ ਪਾ ਰਹੀ? ਨਿਰੰਕਾਰੀ ਬਾਬੇ ਨੂੰ ਮਾਰ ਦਿੱਤਾ ਗਿਆ। ਕਿਉਂ ਮਾਰਿਆ ਗਿਆ? ਅੰਮ੍ਰਿਤਸਰ ਦੇ ਵਿੱਚ 13 ਜਿਹੜੇ ਹੈ ਸਿੱਖ ਮਾਰ ਦਿੱਤੇ ਗਏ। ਜੇ ਉਹਨਾਂ ਨੂੰ ਸਜ਼ਾ ਮਿਲੀ ਹੁੰਦੀ ਤੇ ਉਹਨੂੰ ਕਤਲ ਕਰਨ ਦੀ ਕਿਸੇ ਦੀ ਲੋੜ ਹੀ ਨਹੀਂ ਸੀ। ਕਿ ਜੇ ਸਿੱਖਾਂ ਨੂੰ ਇਨਸਾਫ ਨਹੀਂ ਦੋਗੇ ਤਾਂ ਇਹ ਸਿੱਖ ਕਤਲ ਕਰ ਦੇਣਗੇ, ਮਾਰ ਦੇਣਗੇ। ਹੁਣ ਫਿਰ ਸਿੱਖ ਜਿਹੜੇ ਕਿੱਥੋਂ ਇਨਸਾਫ ਲੈਣ? ਮਰੀ ਜਾਣ। ਫਿਰ ਜੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਜਿਨ੍ਹਾਂ ਤੁਸੀਂ ਡਿਮਾਂਡ ਕਰਦੇ ਹੋ, ਫਿਰ ਤੁਸੀਂ ਕੀ ਕਰੋਗੇ? ਉਹ ਇਹ ਕਹਿੰਦੇ ਆ ਕਿ ਬੰਦੀ ਸਿੰਘ ਜੇ ਬਾਹਰ ਹੁੰਦੇ ਆ ਤਾਂ ਅਮਨ ਕਾਨੂੰਨ ਨੂੰ ਖਤਰਾ। ਸੈਂਟਰਲ ਸਰਕਾਰ ਜਿਹੜੀ ਹੈ ਉਹ ਇਹ ਚਾਹੁੰਦੀ ਹੈ ਦੱਸਣਾ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ, ਉਹਨਾਂ ਨੂੰ ਅਸੀਂ ਦੇਖੋ ਕੈਦ ਕਰ ਲਿਆ। ਹਿੰਦੂਆਂ ਨੂੰ ਇਹ ਮਹਿਸੂਸ ਕਰਨ ਲਈ ਵੀ ਅਸੀਂ ਸਿੱਖਾਂ ਦੇ ਖਿਲਾਫ ਹਾਂ। ਮੇਰਾ ਸਵਾਲ ਹੈ ਜਿਹੜਾ KPS ਗਿੱਲ ਤੇ ਰੂਪਨ ਦੇਵ ਬਜਾਏ ਹੋਰਾਂ ਦਾ ਕੇਸ ਸੀਗਾ, ਉਸ ਮਾਮਲੇ ਵਿੱਚ ਅਸਲ 'ਚ ਕੀ ਹੋਇਆ ਸੀ? ਕਿਉਂਕਿ KPS ਗਿੱਲ ਦੇ ਖਿਲਾਫ ਤੁਸੀਂ ਬਹੁਤ ਬੋਲਦੇ। ਉੱਥੇ KPS ਗਿੱਲ ਨੇ ਸ਼ਰਾਬ ਪੀ ਕੇ ਔਰਤਾਂ ਨਾਲ ਬੇਸਬੀਹੇਵ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਉਸੇ ਵੇਲੇ ਕਪੂਰ ਦੇ ਨੋਟਿਸ 'ਚ ਲਿਆਂਦਾ, ਉਹਨੇ ਕੁਝ ਨਹੀਂ ਕੀਤਾ। ਉਸ ਤੋਂ ਬਾਅਦ ਫਿਰ ਉਹ ਅੱਗੇ ਜਾ ਕੇ ਹਾਇਰ ਆਫੀਸਰ ਨੂੰ ਮਿਲਦੀ, ਕੁਝ ਨਹੀਂ ਕੀਤਾ। ਫਿਰ ਉਹਨੇ ਐਡਵਾਈਜ਼ਰ ਨੂੰ ਮਿਲੀ ਤੇ ਉਹ ਕਹਿੰਦੀ ਜੀ ਫਿਰ ਤੇ ਸਾਰੇ ਪੁਲਿਸ ਵਾਲੇ ਔਰਤਾਂ ਨੂੰ ਛੇੜੀ ਜਾਣ, ਇਹਨੇ ਕ੍ਰਾਈਮ ਕੀਤਾ, ਇਹਨੂੰ ਸਜ਼ਾ ਕਿਉਂ ਨਹੀਂ ਮਿਲੀ? ਤੇ ਜਿਨ੍ਹਾਂ ਨੂੰ 28 ਸਾਲ ਸਰਕਾਰ ਜਿਹੜੀ ਹੈ ਰੋਲਦੀ ਫਿਰਦੀ ਹੈ, ਜਿਨ੍ਹਾਂ ਦੇ ਕੇਸ ਹੈ, ਉਹ ਕੀ ਕਰੀਏ? ਕੌਣ ਜ਼ਿੰਮੇਵਾਰ ਹੋਏਗਾ? ਅਚਲ ਸਾਹਿਬ, ਅਸੀਂ ਲੋਕਾਂ ਨੂੰ ਇਹ ਕਿਵੇਂ ਸਮਝਾਈਏ ਕਿ ਸਾਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ? ਤੁਹਾਡੀਆਂ ਅਦਾਲਤਾਂ ਨਹੀਂ ਸਮਝਣ ਨੂੰ ਤਿਆਰ ਹੈ, ਤੁਹਾਡੇ ਪੋਲੀਟੀਕਲ ਸਿਸਟਮ ਨੇ ਤੁਹਾਡਾ ਜਿਹੜਾ ਹੈ ਤੁਹਾਡੇ ਨਾਲ ਚੱਲਣ ਨੂੰ ਤਿਆਰ ਨਹੀਂ, ਤੁਹਾਡੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਤੁਹਾਡੇ ਨਾਲ ਚੱਲਣ, ਉਹ ਲੋਕ ਕਿੱਥੇ ਜਾਣ? ਜੇ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੁੰਦੀ ਤਾਂ ਫਿਰ ਵੀ ਤੁਸੀਂ ਜਿਹੜਾ ਮੋਡਿਊਲ ਹੁਣ ਚੱਲਦਾ ਪਿਆ ਤੁਸੀਂ ਉਸ ਨੂੰ ਪ੍ਰਭਾਸ਼ਿਤ ਕਰਨਾ ਚਾਹੁੰਦੇ ਹੋ? ਬੰਦੀ ਸਿੰਘਾਂ ਦੀ ਗੱਲ ਹੈ ਨਾ, ਉਹ ਨਹੀਂ ਛੱਡ ਰਹੀ ਤੇ ਪੰਜਾਬ ਦੇ ਵਿੱਚ ਅਮਨ ਕਿੱਥੋਂ ਆ ਜਾਊਗਾ? ਰੋਜ਼ ਤੇ ਐਜੀਟੇਸ਼ਨ ਹੋ ਰਹੇ ਨੇ। ਜੇ ਉਹ ਰਿਹਾ ਹੋ ਜਾਣਗੇ ਫਿਰ ਅਮਨ ਆ ਜਾਊਗਾ। ਜਦੋਂ ਤੁਸੀਂ ਇਹਨਾਂ ਦੇ ਕੇਸ ਫੜਨੇ ਸ਼ੁਰੂ ਕੀਤੇ ਸੀਗੇ, ਜਿਨ੍ਹਾਂ ਨੂੰ ਸਰਕਾਰ ਦਹਿਸ਼ਤਗਰਦ ਕਹਿੰਦੀ ਸੀ, ਅੱਤਵਾਦੀ ਕਹਿੰਦੀ ਸੀ, ਤੇ ਤੁਸੀਂ ਉਹਨਾਂ ਨੂੰ ਖਾੜਕੂ ਕਹਿੰਦੇ ਸੀ, ਉਹਨਾਂ ਦੇ ਕੇਸਸ ਤੁਹਾਡੇ ਕੋਲੇ ਜ਼ਿਆਦਾ ਕਿਉਂ ਆਏ? ਸਿਸਟਮ ਦੇ ਵਿੱਚ ਕੋਈ ਉਹਨਾਂ ਨੂੰ ਹੱਥ ਪਾਉਣ ਨੂੰ ਤਿਆਰ ਨਹੀਂ ਸੀ, ਉਹਨਾਂ ਨੂੰ ਮਦਦ ਦੇਣ ਨੂੰ ਤਿਆਰ ਨਹੀਂ ਸੀ, ਤੇ ਕਿੱਦਾਂ ਕਹੀਏ ਵੀ ਇਨਸਾਫ ਹੋ ਰਿਹਾ ਜੀ? ਤੁਹਾਨੂੰ ਉਸ ਦੌਰਾਨ ਕੋਈ ਧਮਕੀ ਮਿਲੀ? ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਰਾਜੀਵ ਗਾਂਧੀ ਕਤਲकांड ਦੇ ਮਾਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਫਿਰ ਸਿਖਰ ਤੇ ਹੋ ਗਈ ਹੈ। ਦੇਸ਼ ਦੀ ਸਿਆਸਤ ਤਾਂ ਸਿਖਰ ਤੇ ਹੋਈ ਹੈ, ਪਰ ਪੰਜਾਬ ਦੀ ਸਿਆਸਤ ਇਸ ਕਰਕੇ ਸਿਖਰ ਤੇ ਹੈ ਕਿਉਂਕਿ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਇੱਕ ਵਾਰ ਫਿਰ ਮੁੜ ਜ਼ੋਰ ਫੜਦਾ ਜਾ ਰਿਹਾ ਹੈ। ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡਾ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੈ, ਜਿਹੜੇ ਕਿ ਲੰਮੇ ਸਮੇਂ ਤੋਂ ਇਹਨਾਂ ਮੁੱਦਿਆਂ ਦੀ ਲੜਾਈ ਲੜਦੇ ਪਏ ਆ। ਜਗਤਾਰ ਸਿੰਘ ਹਵਾਰਾ ਹਰਾਂ ਦਾ ਕੇਸ ਉਹਨਾਂ ਦੇ ਕੋਲ ਹੈ। ਇਸ ਤੋਂ ਇਲਾਵਾ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਮੰਗ ਲਗਾਤਾਰ ਕਰਦੇ ਪਏ ਆ। 52 ਸਾਲ ਦਾ ਉਹਨਾਂ ਦਾ ਵਕਾਲਤ ਦਾ ਤਜਰਬਾ ਤੇ ਖਾੜਕੂਵਾਦ ਦੇ ਦੌਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਕੇਸ ਲੜੇ ਆ ਜਿਹੜੇ ਅੱਜ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਆਵਾਜ਼, ਉਹਨਾਂ ਦੀ ਗੂੰਜ ਸੁਣਾਈ ਦਿੰਦੇ ਆ। ਤੇ ਉਹਨਾਂ ਦੇ ਬਾਰੇ ਇੰਨਾ ਕੁ ਕਹਿਣਾ ਲਾਜ਼ਮੀ ਹੈਗਾ ਕਿ ਜਿਹੜਾ ਨਿਆਂਪਾਲਿਕਾ ਹੈ ਕੀ ਹੈ, ਨਿਆਂ ਪ੍ਰਣਾਲੀ ਹੈ ਕੀ ਹੈ, ਉੱਥੇ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਹੈ ਤੇ ਉਹਨਾਂ ਦੀ ਗੱਲ ਮੰਨੀ ਵੀ ਜਾਂਦੀ ਹੈ ਤੇ ਉਹਨਾਂ ਨੂੰ ਉਹ ਇੱਜ਼ਤ ਮਾਣ ਦਿੱਤਾ ਜਾਂਦਾ ਹੈ। ਇਸੇ ਕਰਕੇ ਅੱਜ ਉਹਨਾਂ ਨੂੰ ਇੱਥੇ ਸੱਦਿਆ। ਅਮਰ ਸਿੰਘ ਚਾਹਲ ਸਾਡੇ ਨਾਲ ਨੇ। ਚਾਹਲ ਸਾਹਿਬ ਸਤਿ ਸ਼੍ਰੀ ਅਕਾਲ। ਸਰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਵਕਤ ਕੱਢਿਆ ਸਰ। ਗ੍ਰੇਟ। ਚਾਹਲ ਸਾਹਿਬ, ਰਾਜੀਵ ਗਾਂਧੀ ਦੇ ਮਾਮਲੇ ਤੋਂ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ ਚਰਚਾ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਦਾ ਜਿਹੜਾ ਫੈਸਲਾ ਸੁਣਾਇਆ ਗਿਆ, ਉਸ ਤੋਂ ਬਾਅਦ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਤੇਜ਼ ਹੁੰਦਾ ਪਿਆ। ਉਹਦੀ ਵਜ੍ਹਾ ਕੀ, ਉਹਦੇ ਨਾਲ ਕੀ ਰੈਲੇਵੈਂਸੀ ਹੈ? ਦੇਖੋ, ਉਹਦੇ ਨਾਲ ਬੜਾ ਵੱਡਾ ਇਹਦਾ ਸੰਬੰਧ ਹੈ ਕਿਉਂਕਿ ਉਹ ਵੀ ਲਗਭਗ ਰਾਜਨੀਤਿਕ ਕਤਲ ਸੀ ਹੈਗਾ। ਤੇ ਬਿਆਨ ਸਿੰਘ ਮਾਮਲਾ ਜਿਹੜਾ ਹੈ, ਬਿਆਨ ਸਿੰਘ ਦਾ ਕਤਲ ਵੀ ਰਾਜਨੀਤਿਕ ਬਹੁਤਾ ਹੈ, ਧਾਰਮਿਕ ਬਹੁਤਾ ਹੈ। ਤੇ ਉਹਦੇ ਨਾਲ ਕੋਈ ਜਾਤੀ ਤੌਰ ਤੇ ਕਿਸੇ ਮੁਲਜ਼ਮ ਦੀ ਜਿਹੜੀ ਦੁਸ਼ਮਣੀ ਨਹੀਂ ਸੀ, ਉਹਨੂੰ ਮਾਰਨ ਦਾ ਕੋਈ ਕਾਰਨ ਸੀ, ਨਾ ਜ਼ਮੀਨ ਦੀ ਵੰਡ ਸੀ, ਨਾ ਕੋਈ ਹੋਰ ਸਮਾਜੀ ਤੌਰ ਤੇ ਉਹਦੇ ਨਾਲ ਝਗੜਾ ਸੀ। ਝਗੜਾ ਇਹੋ ਸੀ ਕਿ ਉਹ ਪੰਜਾਬ ਦੇ ਵਿੱਚ ਨੌਜਵਾਨ ਜਿਹੜੇ ਨੇ ਗਲਤ ਤਰੀਕੇ ਨਾਲ ਐਨਕਾਊਂਟਰ ਕਰਵਾ ਕੇ ਮਰਵਾ ਰਿਹਾ ਸੀ। ਰਾਜਨੀਤਿਕ ਤੌਰ ਤੇ ਜਿਹੜੀਆਂ ਗੱਲਾਂ ਸੀ, ਉਹ ਉਹਨਾਂ ਨੂੰ ਜਿਹੜਾ ਗਲਤ ਸ਼ਕਲ ਦੇ ਕੇ ਉਹਨਾਂ ਨੂੰ ਕ੍ਰਿਮੀਨਲ ਬਣਾ ਕੇ, ਉਹਨਾਂ ਨੂੰ ਝੂਠੇ ਐਨਕਾਊਂਟਰ ਬਣਾ ਕੇ ਤੇ ਮਰਵਾ ਰਿਹਾ ਸੀ। ਇਸ ਕਰਕੇ ਜਿਹੜੀ ਹੈ ਉਹਨੇ ਇੱਕ ਹੋਰ ਗਲਤੀ ਕੀਤੀ। ਇੱਕ ਪਟਿਆਲੇ ਇੱਕ ਫੰਕਸ਼ਨ ਹੋਇਆ ਸੀ ਜਿਹਦੇ 'ਚ ਬਿਆਨ ਸਿੰਘ ਮੁੱਖ ਮੰਤਰੀ ਦੇ ਤੌਰ ਤੇ ਹਾਜ਼ਰ ਹੋਇਆ ਸੀ। ਉੱਥੇ ਇੱਥੋਂ ਤੱਕ ਵੀ ਗੱਲ ਚਲੇ ਗਈ ਵੀ ਇੱਕ ਜਿਹੜਾ ਆਦਮੀ ਸੀ ਉਹਨੇ ਏਡੀ ਵੱਡੀ ਇਹਨਾਂ ਦੀ ਸਿਫਤ ਕਰ ਦਿੱਤੀ ਵੀ ਇਹ ਤਾਂ ਗੁਰੂ ਨਾਨਕ ਵਰਗਾ ਮਸੀਹਾ ਹੈ, ਇਹ ਤਾਂ ਸ਼੍ਰੀ ਰਾਮ ਚੰਦਰ ਜੀ ਵਰਗਾ ਮਸੀਹਾ ਹੈ। ਇਹ ਗੱਲ
ਰਿਕਾਰਡ ਤੇ ਆ ਗਈ ਵੀ ਇਹ ਆਦਮੀ ਨਾਰਮਲ ਤੋਂ ਵੀ ਘੱਟ ਹੈ, ਇਹ ਐਡਾ ਵੱਡਾ ਕੁਤਾਹੀ ਕਰ ਰਿਹਾ ਹੈ, ਪੰਜਾਬ ਦੇ ਵਿੱਚ ਬੰਦੇ ਕਤਲ ਕਰਵਾ ਰਿਹਾ ਹੈ, ਤੇ ਇਹ ਆਪਣੇ ਆਪ ਨੂੰ ਹੁਣ ਗੁਰੂ ਸਾਹਿਬਾਨਾਂ ਦੇ ਨਾਲ ਜਾਂ ਪੈਗੰਬਰਾਂ ਦੇ ਨਾਲ ਜਿਹੜਾ ਹੈ ਇਹ ਉਹਨਾਂ ਨੂੰ ਆਪਣੇ ਆਪ ਨੂੰ ਕੰਪੇਅਰ ਕਰਨ ਲੱਗ ਪਿਆ। ਇਸ ਕਰਕੇ ਇਹਨੂੰ ਮਾਰਨਾ ਹੀ ਵਾਜਬ ਹੈ, ਇਹ ਮਾਰਨ ਦਾ ਮੋਟਿਵ ਲਿਆ ਜਾਂਦਾ ਜੀ। ਸੋ ਇਸ ਮੋਟਿਵ ਦੇ ਤੌਰ ਤੇ ਆਪਾਂ ਵੇਖੀਏ ਤੇ ਇਹ ਰਿਹਾਈ ਜਿਹੜੀ ਹੈਗੀ ਆ ਰਾਜੀਵ ਗਾਂਧੀ ਦੇ ਨਾਲ ਜਿਹੜੀ ਹੈਗੀ ਆ ਤਾਲਮੇਲ ਇਹਦੀ ਬਣਦੀ ਹੈ। ਜੇ ਉਹਨਾਂ ਨੂੰ ਛੱਡਿਆ ਜਾ ਸਕਦਾ, ਇਸੇ ਤਰ੍ਹਾਂ ਦਾ ਇਹ ਮਰਡਰ ਸੀ ਜੀ, ਇਹਨਾਂ ਨੂੰ ਵੀ ਛੱਡਣਾ ਚਾਹੀਦਾ। ਕਿੰਦੇ ਨਾਲ ਤਾਲਮੇਲ ਕੀਤਾ ਜਾਊਗਾ? ਜਦੋਂ ਰਾਮ ਰਹੀਮ ਦਾ ਮਾਮਲਾ ਆਉਂਦਾ, ਰਾਮ ਰਹੀਮ ਦੀ ਪੈਰੋਲ ਦਾ ਫਰਲੋ ਦਾ ਮਾਮਲਾ ਹੁੰਦਾ, ਉਦੋਂ ਵੀ ਇਹ ਮੰਗ ਤੇਜ਼ ਹੁੰਦੀ ਹੈ। ਜਦੋਂ ਬਿਲਕਿਸ ਬਾਨੋ ਵਾਲਾ ਕੇਸ ਹੁੰਦਾ, ਉਦੋਂ ਵੀ ਇਹ ਮੰਗ ਤੇਜ਼ ਹੁੰਦੀ ਹੈ। ਕਿੰਨੇ ਨਹੀਂ, ਆਪਾਂ ਇਹ ਸਾਰਾ ਆਪਾਂ ਵੇਖਣਾ ਇਹ ਜਿਹੜਾ ਨਾ ਕ੍ਰਾਈਮ ਤੇ ਇੱਕੋ ਹੀ ਆ ਨਾ ਜੀ। ਰਾਮ ਰਹੀਮ ਨੇ ਕਤਲ ਕੀਤੇ ਨੇ, ਠੀਕ ਹੈ ਨਾ ਜੀ, ਉਹਦੇ ਤੇ ਵੀ ਕਤਲ ਦੇ ਦੋਸ਼ ਨੇ। ਜਿਹੜਾ ਹੈ ਲੇਡੀ ਜਿਹੜੀ ਹੈਗੀ ਆ ਉਸ ਮੁਹੰਮਦਨ, ਉਹਦਾ ਵੀ ਰੇਪ ਉਹਦੇ ਪਰਿਵਾਰ 'ਚ ਹੋਇਆ ਤੇ ਉਹਨਾਂ ਨੂੰ ਕਤਲ ਹੋਏ। ਰਾਜੀਵ ਗਾਂਧੀ ਵੀ ਕਤਲ ਹੋਇਆ। ਸਵਾਲ ਹੋਇਆ ਕ੍ਰਾਈਮ ਹੋਇਆ ਨਾ ਜਿਹੜਾ ਜੀ, ਉਹ ਤਾਂ ਕ੍ਰਾਈਮ ਇੱਕੋ ਜਿਹਾ ਹੋਇਆ ਨਾ ਜੀ, ਇੱਕੋ ਜਿਹਾ। ਤੇ ਫਿਰ ਸਾਰੀ ਸਜ਼ਾ ਵੀ ਉਹਨਾਂ ਨੂੰ ਜਿਹੜੀ ਸਜ਼ਾ ਉਮਰ ਕੈਦ ਹੋਈ ਹੈ, ਤੇ ਜੇ ਇੱਕ ਉਮਰ ਕੈਦੀ ਜਿਹੜਾ ਛੱਡਿਆ ਜਾ ਸਕਦਾ ਤਾਂ ਦੂਜਾ ਕਿਉਂ ਨਹੀਂ ਛੱਡਿਆ ਜਾ ਸਕਦਾ? ਭਾਵੇਂ ਬਿਆਨ ਸਿੰਘ ਮਰਡਰ ਦਾ ਕੇਸ ਹੈ ਤੇ ਭਾਵੇਂ ਰਾਜੀਵ ਗਾਂਧੀ ਦਾ ਮਰਡਰ ਕੇਸ ਹੈ, ਚਾਹੇ ਰਾਮ ਰਹੀਮ ਵਾਲਾ ਮਰਡਰ ਕੇਸ ਹੈ। ਸਾਡੇ ਕੇਸ ਜਿਹੜਾ ਬਿਆਨ ਸਿੰਘ ਮਰਡਰ ਕੇਸ ਆ, ਏਡਾ ਵੱਡਾ ਜਿਹੜਾ ਹੈ ਗੈਰ ਕਾਨੂੰਨੀ ਗੱਲ ਹੋਈ ਵੀ ਉਹਨਾਂ ਨੂੰ ਕਿੰਨਾ ਚਿਰ ਪੈਰੋਲ ਨਹੀਂ ਦਿੱਤੀ ਗਈ। ਪੈਰੋਲ ਲਈ ਵੀ ਜਿਹੜੇ ਹੈ ਕਿੱਡੇ ਵੱਡੇ ਲੈਵਲ ਤੇ ਐਜੀਟੇਸ਼ਨ ਹੁੰਦੇ ਰਹੇ ਨੇ, 2-3 ਦਫਾ ਐਜੀਟੇਸ਼ਨ, ਹਜ਼ਾਰਾਂ ਨਹੀਂ ਹਜ਼ਾਰਾਂ ਆਦਮੀ ਜਿਹੜੇ ਨੇ ਉਹਨਾਂ ਨੇ ਐਜੂਕੇਸ਼ਨ ਕੀਤਾ, ਤੇ ਫਿਰ ਜਿਹੜਾ ਹੈ ਤੇ 3 ਆਦਮੀਆਂ ਨੂੰ ਉਹਨਾਂ ਨੇ ਪੈਰੋਲ ਦੇਣੀ ਸ਼ੁਰੂ ਕੀਤੀ, ਬਾਕੀ ਦਿਆਂ ਨੂੰ ਅਜੇ ਵੀ ਨਹੀਂ ਮਿਲਦੀ। ਤੇ ਜਗਤਾਰ ਸਿੰਘ ਹਵਾਰਾ ਨੂੰ ਮਿਲਦੇ ਸਵਾਲ ਨਹੀਂ, ਪਰਮਜੀਤ ਸਿੰਘ ਪਿਓਰਾ ਨੂੰ ਮਿਲਦਾ ਸਵਾਲ ਨਹੀਂ, ਜਗਤਾਰ ਸਿੰਘ ਤਾਰਾ ਨੂੰ ਮਿਲਦਾ ਸਵਾਲ ਨਹੀਂ, ਉਹਨਾਂ 3 ਨੂੰ ਅਜੇ ਤੱਕ ਕੋਈ ਵੀ ਪੈਰੋਲ ਨਹੀਂ ਮਿਲੀ। ਸੋ ਇਹ ਗੱਲ ਜਿਹੜੀ ਆਪਾਂ ਵੇਖਣਾ ਕ੍ਰਾਈਮ ਕੀ ਆ। ਕ੍ਰਾਈਮ ਹੈਗਾ 302 ਦਾ ਕਤਲ ਦਾ। 302 ਦੇ ਕਤਲ ਦੇ ਵਿੱਚ ਜਦੋਂ ਸਜ਼ਾ ਉਹਨਾਂ ਨੂੰ ਇੱਕੋ ਜਿਹੀ ਹੋਈ ਹੈ, ਭਾਵੇਂ ਉਹ ਬਹੁਤ ਵੱਡਾ ਆਦਮੀ ਹੈ ਤੇ ਭਾਵੇਂ ਬਹੁਤ ਛੋਟਾ ਆਦਮੀ ਹੈ, ਉਹਨਾਂ ਨੇ ਕਾਨੂੰਨ ਦਾ ਤੇ ਇੱਕੋ ਜਿਹਾ ਟਰੀਟਮੈਂਟ ਹੋਏ ਨਾ, ਕਾਨੂੰਨ ਤਾਂ ਉਹਨਾਂ ਨੂੰ ਇੱਕੋ ਜਿਹਾ ਜਿਹੜਾ ਵਰਤਾਓ ਕਰੇ। ਇੱਕ ਨਾ ਹੋਰ ਕਰਨਾ, ਇੱਕ ਨਾ ਹੋਰ ਕਰਨਾ, ਇੱਕ ਨਾ ਹੋਰ ਕਰਨਾ, ਇਹੋ ਹੀ ਤੇ ਹਰ ਲੈਵਲ ਤੇ ਸਿੱਖ ਪੰਥ ਦੇ ਵਿੱਚੋਂ ਜਿਹੜੇ ਸਾਡੇ ਰਾਜਨੀਤਿਕ ਆਗੂ ਹੈ, ਜਿਹੜੇ ਸਿੱਖ ਪੰਥ ਦੀ ਆਵਾਜ਼ ਉਠਾਉਂਦੇ ਨੇ, ਉਹ ਦੁਬਾਰਾ ਕਹੀ ਜਾਂਦੇ ਸਾਡੇ ਸਿੱਖਾਂ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਇਹ ਤਾਂ ਹੁਣ ਬਾਦਲ ਦਲ ਵੀ ਕਈ ਦਫਾ ਬਹੁਤ ਸਾਡੇ ਜਥੇਦਾਰ ਸਾਹਿਬ ਜਿਹੜੇ ਹਰਪ੍ਰੀਤ ਸਿੰਘ ਜੀ ਉਹ ਕਹਿੰਦੇ ਨੇ, ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਕਹੀ ਜਾਂਦੇ ਨੇ ਵੀ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਇਹ ਸਾਡੇ ਨਾਲ ਹੋਰ ਕਾਨੂੰਨ ਤੇ ਦੂਜਿਆਂ ਨਾਲ ਹੋਰ ਕਾਨੂੰਨ। ਤੁਸੀਂ ਆਪ ਦੇਖੋ ਹਾਂ ਵੀ ਹੁਣ ਇੱਕ ਪ੍ਰੇਮੀ ਦਾ ਕਤਲ ਹੋ ਗਿਆ, ਕਿਉਂ ਕਤਲ ਹੋਇਆ? ਇਹ ਕਤਲ ਕਦੀ ਬਣਾਉਂਦਾ ਜੇ ਉਹਨਾਂ ਨੂੰ ਸਜ਼ਾ ਵੇਲੇ ਸਿਰ ਮਿਲੀ ਹੁੰਦੀ। 7 ਸਾਲ ਕਤਲ ਮਤਲਬ ਬੇਅਬਦੀ ਦੇ ਕੇਸਾਂ ਨੂੰ ਹੋ ਗਿਆ, ਅਜੇ ਉਸੇ ਤਰ੍ਹਾਂ ਤੁਰੇ ਫਿਰਦੇ ਨੇ। ਤੁਸੀਂ ਉਸ ਕਤਲ ਨੂੰ ਜਸਟੀਫਾਈ ਕਰਦੇ ਹੋ? ਨਹੀਂ ਜਸਟੀਫਾਈ ਕਰਦਾ, ਮੈਂ ਇਸ ਕਰਕੇ ਜਸਟੀਫਾਈ ਕਰਦਾ, ਉਹਦੀ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਤੇ ਜਾਂਦੀ ਆ। ਉਹਦਾ ਜ਼ਿੰਮੇਵਾਰ ਬਾਦਲ ਹੈ, ਉਹਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਹੈ, ਉਹਦਾ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਹੈ, ਉਹਦਾ ਜ਼ਿੰਮੇਵਾਰ ਜਿਹੜਾ ਰਾਜਾ ਕੈਪਟਨ ਅਮਰਿੰਦਰ ਸਿੰਘ ਹੈ, ਉਹਦਾ ਜ਼ਿੰਮੇਵਾਰ ਜਿਹੜਾ ਭਗਵੰਤ ਮਾਨ ਨੇ। ਇਨਸਾਫ ਤੇ ਇਹਨਾਂ ਨੇ ਦੇਣਾ ਨਾ ਜੀ। ਚਲੋ ਜੇ ਜ਼ਿੰਮੇਵਾਰ ਹੈ ਤਾਂ ਫਿਰ ਜੇ ਜ਼ਿੰਮੇਵਾਰੀ ਇਹਨੇ ਨਹੀਂ ਨਿਭਾਈ ਤਾਂ ਫਿਰ ਸੜਕ ਤੇ ਮਰਡਰ ਕਰ ਦਿਓ। ਨਹੀਂ, ਮਰਡਰ ਨਹੀਂ ਕਰਦੇ, ਹੋਰ ਕੀ। ਜਦੋਂ ਕੋਈ ਜਿਹੜਾ ਕਾਨੂੰਨ ਪਾਲਣਾ ਤੇ ਇਹਨਾਂ ਦੀ ਡਿਊਟੀ ਹੈ ਨਾ ਜੀ। ਜੇ ਇਹ ਕਾਨੂੰਨ ਨੂੰ ਗੈਰ ਕਾਨੂੰਨੀ ਕਰਦੇ ਨੇ ਤੇ ਲੋਕੀ ਹੱਕ ਕਿੱਦਾਂ ਲੈਣ ਫਿਰ ਆਪਣੇ? ਲੋਕਾਂ ਨੂੰ ਮਤਲਬ ਹੈ ਗੈਰ ਕਾਨੂੰਨੀ ਉਦੋਂ ਹੁੰਦੀ ਹੈ ਜਦੋਂ ਸਰਕਾਰ ਫੇਲ ਹੁੰਦੀ ਹੈ। ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਕੱਲੇ ਸਿੱਖ ਦੇ ਰਗ 'ਚ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੱਡੀ ਬੇਇੱਜ਼ਤੀ ਜਿਹੜੀ ਵੱਡਾ ਕ੍ਰਾਈਮ ਕੋਈ ਹੋ ਨਹੀਂ ਸਕਦਾ। ਜੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੇ ਕੇਸਾਂ ਨੂੰ ਇਸ ਤਰ੍ਹਾਂ ਪੋਲੀਟੀਕਲੀ ਰੋਲਿਆ ਜਾ ਰਿਹਾ ਤੇ ਉਹਨਾਂ ਲੋਕਾਂ ਦੇ ਮਨ 'ਚ ਜਿਹੜਾ ਰੰਜਿਸ਼ ਪੈਦਾ ਹੋਣਾ ਹੀ ਆ ਵੀ ਜਿਨ੍ਹਾਂ ਨੇ ਕੀਤੀ ਹੈ ਇਹ ਤਾਂ ਸਜ਼ਾ ਦਿੰਦੇ ਨਹੀਂ, ਆਪਾਂ ਇਹ ਸਜ਼ਾ ਦੇਣੇ ਨਹੀਂ। ਫਿਰ ਤੁਹਾਨੂੰ ਇਹ ਲੱਗਦਾ ਕਿ ਜੇ ਇਸ ਤਰ੍ਹਾਂ ਹੁੰਦਾ ਰਿਹਾ ਤੇ ਪੰਜਾਬ ਤਾਂ ਫਿਰ ਉਸ ਦੌਰ ਵੱਲ ਵੱਧ ਜਾਊਗਾ ਜਿਹੜੇ ਦੌਰ ਦੇ ਵਿੱਚ ਤੁਸੀਂ ਇਹ ਆਪਣੀ ਵਕਾਲਤ ਆ ਜਿਹੜਾ ਉਸ ਸਫਰ ਨਹੀਂ ਦੌਰ ਕੌਣ ਇਧਰ ਭੇਜ ਰਿਹਾ ਹੈ? ਇਹਦਾ ਜ਼ਿੰਮੇਵਾਰ ਕੌਣ ਹੈ? ਮੈਂ ਤੁਹਾਨੂੰ ਫਿਰ ਦੁਬਾਰਾ ਇਸ ਗੱਲ ਦਾ ਕਹਿਣਾ, ਲਾ ਐਂਡ ਆਰਡਰ, ਲੋਕਾਂ ਨੂੰ ਇਨਸਾਫ ਦੇਣਾ ਸਰਕਾਰ ਦੀ ਪਾਲਿਸੀ ਹੈ, ਸਰਕਾਰ ਦੀ ਡਿਊਟੀ ਹੈ। ਇਹ 7 ਸਾਲ 'ਚ ਇਹਦਾ ਕੀ ਐਕਸਪਲੇਨੇਸ਼ਨ ਦੇਣੇ, ਇਹਦਾ ਜਵਾਬ ਹੈ ਸਰਕਾਰ ਕੋਲੋਂ ਵੀ ਪਿਛਲੇ 7 ਸਾਲਾਂ ਦੇ ਵਿੱਚ ਬੇਅਦਬੀ ਦੇ ਕੇਸਾਂ ਦਾ ਵਿੱਚ ਫੈਸਲਾ ਕਿਉਂ ਨਹੀਂ ਕੀਤਾ ਗਿਆ? ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਗਈ? ਜੇ ਤੁਸੀਂ ਸਜ਼ਾ ਦੇਣ ਨੂੰ ਤਿਆਰ ਨਹੀਂ ਤੇ ਲੋਕਾਂ ਨੇ ਆਪ ਸਜ਼ਾ ਦੇਣੀ ਆ। ਮੈਂ ਜਸਟੀਫਾਈ ਨਹੀਂ ਕਰਦਾ, ਮੈਂ ਤੁਹਾਨੂੰ ਇਹ ਦੱਸਦਾ ਹੈ ਵੀ ਸਰਕਾਰ ਦੀ ਬਿਲਕੁਲ ਜਿਹੜੀ ਹੈਗੀ ਆ ਇਹਦੇ ਤੇ ਫੇਲ ਹੋਣ ਦਾ ਨਤੀਜਾ ਨਿਕਲਦਾ, ਇਹ ਨਿਕਲਿਆ ਹੈ। ਜਿਹੜਾ ਬਾਕੀ ਨਹੀਂ ਤਾਂ ਕੀ ਲੋੜ ਸੀ ਜੇ ਅੱਜ ਤੋਂ ਇਹਨਾਂ ਨੂੰ 5 ਸਾਲ 2 ਸਾਲ ਪਹਿਲੇ ਬਾਕੀ ਦੇ ਕੇਸ ਹੁਣ ਜੋ ਭਗਵੰਤ ਮਾਨ ਨੇ ਇਹ ਕਹਿ ਦਿੱਤਾ ਇਹ ਕਤਲ ਹੋ ਗਿਆ ਜੀ,
ਬਹੁਤ ਮਾੜੀ ਗੱਲ ਹੋਈ ਹੈ, ਕਤਲ ਨਹੀਂ ਹੋਣਾ ਚਾਹੀਦਾ। ਕਾਰਨ ਕਿਉਂ ਨਹੀਂ ਇਹ ਦੂਰ ਕਰਦੇ ਹੋ? ਉਸ ਵੇਲੇ ਕਹਿੰਦਾ ਜੀ ਇਹਦਾ 7 ਦਿਨਾਂ 'ਚ ਰਿਪੋਰਟ ਕਰੋ। ਇਹਦਾ ਕਤਲ ਇੰਨਾ ਇੰਪੋਰਟੈਂਟ ਹੈ ਵੀ ਉਹਨੂੰ 7 ਦਿਨਾਂ 'ਚ ਹੱਲ ਕਰ ਲਓ, ਤੇ ਦੂਜਾ 7 ਸਾਲਾਂ 'ਚ ਨਹੀਂ ਹੱਲ ਹੋਇਆ ਇਹਨਾਂ ਕੋਲ। ਇਹਦਾ ਕੀ ਜਸਟੀਫਿਕੇਸ਼ਨ ਦੱਸੋ, ਕੀ ਸਰਕਾਰ ਜਸਟੀਫਿਕੇਸ਼ਨ ਦੇਗੀ? ਜਸਟੀਫਿਕੇਸ਼ਨ ਕੋਈ ਕਤਲ ਨੂੰ ਕਰਨ ਨੂੰ ਤਿਆਰ ਨਹੀਂ, ਮੈਂ ਵੀ ਨਹੀਂ ਤਿਆਰ। ਲੇਕਿਨ ਇਹ ਕਿਉਂ ਨਹੀਂ ਆਪਾਂ ਇਸ ਗੱਲ ਨੂੰ ਸੋਚਦੇ ਵੀ ਇਹਦਾ ਕਾਰਨ ਕੀ ਆ, ਕਿਉਂ ਕਤਲ ਹੋਇਆ? ਜਿਹੜਾ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਲਾਂ। ਹਾਂਜੀ, ਛੋਟਾ ਜਿਹਾ ਵਕਫਾ ਲੈ ਕੇ ਵਾਪਸ ਆ ਰਹੇ ਹਾਂ ਤੇ ਅਮਰ ਸਿੰਘ ਚਾਹਲ ਹੋਰੀ ਸਾਡੇ ਨਾਲ ਮੌਜੂਦ ਹੈ ਕਿ ਅਮਰ ਸਿੰਘ ਚਾਹਲ ਹੋਰਾਂ ਦਾ ਬਹੁਤ ਲੰਬਾ ਤਜਰਬਾ ਤੇ ਇਹਨਾਂ ਨੇ ਬੇਅੰਤ ਸਿੰਘ ਕਤਲकांड ਤੇ ਜਿਹੜਾ KPS ਗਿੱਲ ਤੇ ਰੂਪਨ ਦਿਓਲ ਬਜਾਜ ਵਾਲਾ ਕੇਸ ਹੈ ਉਸ ਦੇ ਕੇਸ ਬਾਰੇ ਇਹ ਸੁਰਖੀਆਂ ਵਿੱਚ ਆਏ ਤੇ ਉਹਨਾਂ ਕੇਸਾਂ ਦੇ ਬਾਬਤ ਹੁਣ ਤੱਕ ਕੀ ਹੋਇਆ ਉਸ ਬਾਰੇ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਚਾਹਲ ਸਾਹਿਬ ਤੁਸੀਂ ਇੰਨੇ ਇੰਪੋਰਟੈਂਟ ਕੇਸ ਦੀ ਪੈਰਵਾਈ ਕੀਤੀ ਹੈ, ਇੰਪੋਰਟੈਂਟ ਕੇਸਾਂ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਰਹੇ ਹੋ। ਤੁਹਾਨੂੰ ਕਿੱਥੇ ਲੱਗਿਆ ਕਿ ਸਾਡੀ ਨਿਆਂ ਵਿਵਸਥਾ ਜਿਹੜੀ ਉਹ ਆਪਣੀ ਭੂਮਿਕਾ ਅਦਾ ਨਹੀਂ ਕਰ ਪਾ ਰਹੀ, ਜਾਂ ਸਾਡਾ ਸਿਆਸੀ ਸਿਸਟਮ ਹੈ ਜਿਹੜਾ ਉਹ ਆਪਣੀ ਭੂਮਿਕਾ ਅਦਾ ਨਹੀਂ ਕਰ ਪਾ ਰਿਹਾ? ਇਹ ਸਾਰਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਜਿਸ ਤਰ੍ਹਾਂ ਹੈ ਇਹਦੇ 'ਚ, ਜਿਸ ਤਰ੍ਹਾਂ ਆਪਾਂ ਨਿਰੰਕਾਰੀ ਕਤਲ ਕੇਸ ਸੀ, ਨਿਰੰਕਾਰੀ ਬਾਬੇ ਨੂੰ ਮਾਰ ਦਿੱਤਾ ਗਿਆ। ਕਿਉਂ ਮਾਰਿਆ ਗਿਆ? ਉਹ ਤਾਂ ਆਪਾਂ ਜਿਹੜਾ ਹੈ ਕਾਜ਼ ਲੱਭੀ ਹੈ ਨਾ, ਕਾਜ਼ ਲੱਭਿਆ ਗਿਆ ਵੀ ਅੰਮ੍ਰਿਤਸਰ ਦੇ ਵਿੱਚ 13 ਜਿਹੜੇ ਹੈ ਸਿੱਖ ਮਾਰ ਦਿੱਤੇ ਗਏ। ਬਹੁਤ ਜ਼ਿਆਦਾ ਜਿਹੜੇ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਇੰਜਰੀਜ਼ ਆ ਗਈਆਂ ਨੇ। ਕੇਸ ਜਿਹੜਾ ਚੁੱਕ ਕੇ ਪੰਜਾਬ ਚੋਂ ਕਰਨਾਲ ਜਿਹੜਾ ਟਰਾਂਸਫਰ ਕਰ ਦਿੱਤਾ ਗਿਆ, ਉੱਥੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਬੰਦੇ ਮਾਰੇ ਨੇ, 13 ਆਦਮੀ ਮਰੇ ਨੇ, 13 ਆਦਮੀਆਂ ਤੋਂ ਸਾਰੇ ਆਦਮੀ ਬਰੇ ਹੋ ਗਏ। ਜੇ ਉਹਨਾਂ ਨੂੰ ਸਜ਼ਾ ਮਿਲੀ ਹੁੰਦੀ ਕਾਨੂੰਨੀ ਤੌਰ ਤੇ ਉਹਨੂੰ ਕਤਲ ਕਰਨ ਦੀ ਕਿਸੇ ਦੀ ਲੋੜ ਹੀ ਨਹੀਂ ਸੀ। ਉਹਨੂੰ ਪਹਿਲੇ ਬਰੀ ਕਰ ਦਿੱਤਾ ਗਿਆ। ਉਹਦੀ ਅਪੀਲ ਜਿਹੜੀ ਫਾਈਲ ਨਹੀਂ ਕੀਤੀ ਗਈ। ਉਦੋਂ ਬਾਦਲ ਸਰਕਾਰ ਸੀ। ਜੇ ਉਹਨਾਂ ਦੀ ਅਪੀਲ ਹੁੰਦੀ ਹਾਈ ਕੋਰਟ ਤੋਂ, ਉਹਨਾਂ ਨੂੰ ਸਜ਼ਾ ਹੁੰਦੀ ਚਾਹੇ ਨਾ ਹੁੰਦੀ, ਲੋਕਾਂ ਨੂੰ ਇਹ ਤਾਂ ਹੁੰਦਾ ਨਾ ਵੀ ਥੱਲੇ ਦੀ ਅਦਾਲਤ ਨੇ ਗਲਤ ਬਰੀ ਕਰ ਦਿੱਤਾ, ਹੁਣ ਅਸੀਂ ਅਪੀਲ ਕਰਕੇ ਇਹਨਾਂ ਨੂੰ ਠੀਕ ਕਰਵਾ ਲਾਂਗੇ। ਤੁਹਾਡੇ ਸਾਰੇ ਜਿੰਨੇ ਹੁਣ ਤੱਕ ਤੁਸੀਂ ਆਰਗੂਮੈਂਟ ਦਿੱਤੇ ਆ ਉਹਦੇ ਵਿੱਚ ਮੈਨੂੰ ਇਹ ਮੈਸੇਜ ਮਿਲ ਰਿਹਾ, ਸਾਡੇ ਦਰਸ਼ਕਾਂ ਨੂੰ ਇਹੀ ਮੈਸੇਜ ਮਿਲ ਰਿਹਾ ਕਿ ਜੇ ਸਿੱਖਾਂ ਨੂੰ ਇਨਸਾਫ ਨਹੀਂ ਦੋਗੇ ਤਾਂ ਇਹ ਸਿੱਖ ਕਤਲ ਕਰ ਦੇਣਗੇ, ਮਾਰ ਦੇਣਗੇ। ਨਹੀਂ, ਇਹ ਸਾਰੀ ਕਮਿਊਨਿਟੀ ਦਾ, ਇਹ ਸਾਰੇ ਸਿਸਟਮ ਦਾ ਹੋਏਗਾ। ਇਹ ਜਿੱਥੇ ਵੀ ਤੁਸੀਂ ਲੈ ਜਾਓਗੇ, ਜਿਹਨੂੰ ਤੁਸੀਂ ਇਨਸਾਫ ਨਹੀਂ ਦੋਗੇ, ਹੁਣ ਫਿਰ ਸਿੱਖ ਜਿਹੜੇ ਕਿੱਥੋਂ ਇਨਸਾਫ ਲੈਣ? ਮਰੀ ਜਾਣ, ਬਿਸਤੀ ਕਰਾਈ ਜਾਣ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਿਸਤੀ ਕਰਾਈ ਜਾਣ। ਨਿਰੰਕਾਰੀ ਬਾਬਾ ਮਾਰਨ ਤੋਂ ਬਾਅਦ ਉਹਨਾਂ ਦੇ ਬੰਦੇ ਕਿੰਨੇ ਮਾਰੇ ਗਏ? ਉਸ ਤੋਂ ਬਾਅਦ ਉਹਨਾਂ ਦੀ ਮੂਵਮੈਂਟ ਜਿਹੜੀ ਉਹ ਕਦੀ ਸਿੱਖਾਂ ਦੇ ਖਿਲਾਫ ਨਹੀਂ ਬੋਲੀ। ਹੁਣ ਪ੍ਰੇਮੀਆਂ ਦੇ 7 ਪ੍ਰੇਮੀ ਮਾਰੇ ਗਏ। ਕਿਉਂ ਮਾਰੇ ਗਏ? ਨਹੀਂ ਸੀ ਮਾਰਨੇ ਚਾਹੀਦੇ, ਲੇਕਿਨ ਉਹਨਾਂ ਨੂੰ ਕੋਈ ਸਜ਼ਾ ਦੇਣ ਨੂੰ ਤਿਆਰ ਨਹੀਂ। ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ। 7 ਸਾਲ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਪ੍ਰੋਟੈਕਸ਼ਨ ਦੇ ਕੇ ਉਹਨਾਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਵੀ ਬਹੁਤ ਜਿਹੜੇ ਚੰਗੇ ਜਿਹੜੇ ਆਪਦੇ ਉਹਨੂੰ ਪੰਥ ਦੇ ਪਹਿਰੇਦਾਰ ਕਹਿੰਦੇ ਆ, ਉਹ ਕੋਈ ਵੀ ਧਿਰ ਹੋਵੇ, ਉਹਨਾਂ ਨੇ ਹੁਣ ਤੱਕ ਕੀਤਾ ਕੀ ਹੈ? ਕਿਉਂਕਿ ਮੈਂ ਤਾਂ ਪੁੱਛ ਰਿਹਾ ਸਵਾਲ, ਕਿਉਂਕਿ ਰਾਜੀਵ ਗਾਂਧੀ ਦੇ ਮਾਮਲੇ ਤੋਂ ਇਹ ਸਾਰਾ ਕੁਝ ਦੁਬਾਰਾ ਜਨਮ ਲੈ ਰਿਹਾ, ਦੁਬਾਰਾ ਚੀਜ਼ਾਂ ਸ਼ੁਰੂ ਹੋ ਰਹੀਆਂ ਤੇ ਤਾਮਿਲਨਾਡੂ ਸਰਕਾਰ ਨੇ ਜੇ ਦਿੱਲੀ ਨੂੰ ਮਨਾ ਲਿਆ ਤੇ ਸਾਡੇ ਲੀਡਰਾਂ ਨੇ ਕੀ ਕੀਤਾ ਫਿਰ? ਨਹੀਂ, ਕੁਝ ਵੀ ਨਹੀਂ ਕੀਤਾ ਜੀ। ਮੈਂ ਕਹਿੰਦਾ ਇਹ ਸਾਰੇ ਦਾ ਸਾਰਾ ਪੰਜਾਬ ਦਾ ਜਿੰਨਾ ਮੁਸ਼ਕਲਾਂ ਹੈਗੀਆਂ ਨਾ, ਉਹਦਾ ਬਹੁਤਾ ਹਿੱਸਾ ਜਿਹੜਾ ਨੇ ਮੁਸ਼ਕਲਾਂ ਪੈਦਾ ਕਰਨ ਦਾ ਬਾਦਲ ਪਰਿਵਾਰ ਨੂੰ ਜਾਂਦਾ ਹੈ। ਜੇ ਬਾਦਲ ਵੇਲੇ ਬੇਅਦਬੀਆਂ ਹੋਈਆਂ ਨੇ, ਬਾਦਲ ਨੇ ਆਪਣੇ ਰਾਜਕਾਲ ਦੇ ਵੇਲੇ ਕਿਸੇ ਨੂੰ ਟੱਚ ਨਹੀਂ ਕੀਤਾ, ਸਗੋਂ ਵਿਦੋਸ਼ੀ ਆਦਮੀ ਜਿਹੜੇ ਨੇ ਉਹਨਾਂ ਨੂੰ ਫੜ ਕੇ ਟੌਰਚਰ ਕਰਦੇ ਰਹੇ ਨੇ, ਉਹਨਾਂ ਤੇ ਕਰਦੇ ਰਹੇ ਜੀ ਇਹਨਾਂ ਨੇ ਬੇਅਦਬੀ ਕੀਤੀ ਹੈ। ਪਿੱਛੋਂ ਸਾਬਤ ਹੋਇਆ ਵੀ ਉਹ ਤਾਂ ਬਿਲਕੁਲ ਨਿਰਦੋਸ਼ ਸਨ। ਉਹਨਾਂ ਨੂੰ ਟੌਰਚਰ ਕੀਤਾ ਗਿਆ, ਉਹਨਾਂ ਨੂੰ ਕੈਦ ਰੱਖਿਆ ਗਿਆ, ਪਿੱਛੋਂ ਡਿਸਚਾਰਜ ਕਰ ਦਿੱਤਾ ਗਿਆ। ਉਹਨਾਂ ਦਾ ਕੌਣ ਵਾਰਸ ਹੈ? ਉਹਨਾਂ ਨੂੰ ਕਿੱਥੋਂ ਇਨਸਾਫ ਮਿਲੇਗਾ? ਉਹਨਾਂ ਨੂੰ ਕੀ ਕੰਪਨਸੇਸ਼ਨ ਮਿਲਿਆ? ਉਹਨਾਂ ਨੂੰ ਕੀ ਨੌਕਰੀ ਮਿਲੀ ਹੈ? ਉਹਨਾਂ ਨੂੰ ਤਾਂ ਨੌਕਰੀ ਮਿਲ ਗਈ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਉਹਨਾਂ ਨੂੰ ਪ੍ਰੋਟੈਕਸ਼ਨ ਮਿਲ ਗਈ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ। ਉਹਨਾਂ ਨੂੰ ਸਜ਼ਾ ਨਹੀਂ ਮਿਲ ਰਹੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਤੇ ਜਿਨ੍ਹਾਂ ਨੇ ਇਨੋਸੈਂਟ ਨੇ ਉਹਨਾਂ ਨੂੰ ਤੁਸੀਂ ਸਜ਼ਾ ਦੇਤੀ ਹੈ। ਕੌਣ ਸਿਸਟਮ 'ਚ ਕੌਣ ਰਹੇਗਾ ਫਿਰ? ਕਿਹਦੇ ਕੋਲ ਇਨਸਾਫ ਮੰਗਣ? ਸਿੱਖ ਕਿਹਦੇ ਕੋਲ ਇਨਸਾਫ ਮੰਗਣ? ਇਹਦਾ ਜਿਹੜਾ ਹੈ ਪਿਛਲਾ ਇਤਿਹਾਸ ਨੂੰ ਆਪਾਂ ਜਿੰਨਾ ਚਿਰ ਇੱਕ ਬਿਮਾਰੀ ਹੈ ਪੰਜਾਬ ਦੇ ਵਿੱਚ ਇੱਕ ਬਿਮਾਰੀ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਨੇ ਬੇਅਦਬੀਆਂ ਹੋਈਆਂ, ਇਹ ਲੱਭਣਾ ਕਿਨ ਕੀਤੀਆਂ ਨੇ? ਸਾਫ਼ ਜ਼ਾਹਰ ਹੋ ਗਿਆ ਵੀ ਕਿਹਨਾਂ ਨੇ ਕੀਤੀਆਂ। ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲ ਰਹੀ? ਕੌਣ ਇਹਦਾ ਜ਼ਿੰਮੇਵਾਰ ਹੈ? ਮੈਂ ਤਾਂ ਕਹਿ ਸਕਾਂ ਤੁਹਾਨੂੰ, ਇਹਦਾ ਬਾਦਲ ਪਰਿਵਾਰ ਜ਼ਿੰਮੇਵਾਰ ਹੈ, ਇਹਦਾ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ, ਇਹਦਾ ਜਿਹੜਾ ਭਗਵੰਤ ਮਾਨ ਜ਼ਿੰਮੇਵਾਰ ਹੈ। ਜੇ ਭਗਵੰਤ ਮਾਨ 7 ਦਿਨਾਂ 'ਚ ਕਹਿੰਦਾ ਪ੍ਰੇਮੀ ਨੂੰ ਮਾਰਨ ਦੀ ਜਿਹੜੀ ਹੈ ਮੈਨੂੰ ਪ੍ਰੋਗਰੈਸ ਦਿਓ, ਤੇ ਪਿਛਲੇ 7 ਸਾਲਾਂ ਦਾ ਕੇਸ ਪਿਆ, ਉਹਦੇ ਕਿਉਂ ਨਹੀਂ ਕਹਿੰਦਾ ਵੀ ਮੈਨੂੰ ਇਹ ਤੁਸੀਂ 15 ਦਿਨਾਂ 'ਚ ਹੱਲ ਕਰਕੇ ਦੱਸੋ? ਜਿਹੜੀ ਇਹਨਾਂ ਨੇ ਸਿੱਟ ਕੀਤੀ ਹੈ ਉਹਦਾ ਵੀ ਕੀ ਹੈ? ਉਹਨਾਂ ਦੀ ਟਾਈਮ ਬਾਉਂਡ ਸੀ, ਉਹ ਵੀ ਇੱਕ ਰਕਮ ਦੀ ਡੈਡ ਹੈ। ਨਹੀਂ, ਫਿਰ ਜੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਜਿਨ੍ਹਾਂ ਤੁਸੀਂ ਡਿਮਾਂਡ ਕਰਦੇ ਪਏ ਹੋ, ਫਿਰ ਤੁਸੀਂ ਕੀ ਕਰੋਗੇ?
ਤੁਹਾਡੇ ਸਾਹਮਣੇ ਹੋ ਰਿਹਾ ਵੀ ਕਿੰਨੇ ਚਿਰ ਦਾ ਐਜੀਟੇਸ਼ਨ ਚੱਲ ਰਿਹਾ। ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹੈ ਇਹ ਬਾਡੀਜ਼ ਰੌਲਾ ਪਾ ਰਹੀਆਂ ਨੇ ਵੀ ਭਾਰਤ ਦੇ ਵਿੱਚ ਕੋਈ ਕਾਨੂੰਨ ਨਹੀਂ ਹੈ। ਇੱਕ ਆਦਮੀ ਜਿਹੜੇ ਨੇ ਉਹ ਛੱਡੇ ਜਾਂਦੇ ਨੇ, ਬਲਾਤਕਾਰੀ 'ਚ ਛੱਡੇ ਜਾਂਦੇ ਨੇ, ਕਤਲ ਦੇ ਕੇਸ 'ਚ ਛੱਡੇ ਜਾਂਦੇ ਨੇ, ਵਿਦਨ ਥੋੜੇ ਜਿਹੇ ਸਮੇਂ ਬਾਅਦ ਛੱਡ ਦਿੱਤੇ ਜਾਂਦੇ ਨੇ। ਤੇ ਇੱਕ ਆਦਮੀ 26 30 ਸਾਲ ਤੋਂ ਕਾਨੂੰਨੀ ਮਾਮਲਾ ਹੈ ਕਿ ਰਾਜਨੀਤਿਕ ਮਾਮਲਾ? ਇਹ ਬਹੁਤਾ ਰਾਜਨੀਤਿਕ ਹੈ ਜੀ। ਕਾਨੂੰਨੀ ਜਿਹੜੀ ਹੈ ਕਾਨੂੰਨ ਅਦਾਲਤਾਂ ਜਿਹੜੀਆਂ ਇਹਦੇ 'ਚ ਨਹੀਂ ਪੈ ਰਹੀਆਂ, ਕਾਨੂੰਨੀ ਰਾਜਨੀਤਿਕ ਹੈ। ਹੁਣ ਜਿਹੜੇ ਗੁਜਰਾਤ ਦੇ ਵਿੱਚ ਛੱਡੇ ਗਏ ਨੇ ਉਹਨਾਂ ਦਾ ਕੀ ਰੀਜ਼ਨ ਦਿੱਤਾ ਗਿਆ ਜੀ? ਕਿੱਡਾ ਵੱਡਾ ਹਾਸਾ ਹੋਣਾ ਔਰ ਘਟੀਆ ਰੀਜ਼ਨ ਹੈ ਵੀ ਉਹ ਬ੍ਰਾਹਮਣ ਨੇ ਔਰ ਬ੍ਰਾਹਮਣਾਂ ਦਾ ਚਾਰ ਚੱਲਣ ਬਹੁਤ ਵਧੀਆ। ਇਹਦਾ ਮਤਲਬ ਬ੍ਰਾਹਮਣ ਜਿਹੜੀ ਸੁਪੀਰੀਅਰ ਕੋਈ ਕਲਾਸ ਦੇ ਆਦਮੀ, ਔਨ ਰਿਕਾਰਡ ਹੈ ਇਹ ਗੱਲਾਂ, ਔਨ ਰਿਕਾਰਡ ਹੈ ਜੀ, ਅਖਬਾਰਾਂ ਚਾਹੀਆਂ ਨੇ ਵੀ ਜੇ ਉਹਨਾਂ ਨੂੰ ਇੰਨੀ ਜਲਦੀ ਛੱਡ ਸਕਦੇ ਨੇ। ਇਹ ਪੋਲੀਟੀਕਲ ਫੈਸਲੇ ਨੇ, ਇਹ ਪੋਲੀਟੀਕਲ ਬਾਡੀ ਨੇ ਕਰਨੀ ਹੈ। ਤੇ ਫਿਰ ਸਰ ਮੈਨੂੰ ਇਹ ਦੱਸੋ ਨਾ, ਜੇ ਪੋਲੀਟੀਕਲ ਫੈਸਲੇ ਆ ਤਾਂ ਸਾਡੇ ਪੋਲੀਟੀਕਲ ਲੀਡਰ ਵੀ ਦਿੱਲੀ ਨਾਲ ਸਾਂਝ ਪਾ ਕੇ ਬੈਠੇ ਨੇ ਨਾ ਇੰਨੇ ਸਾਲ, ਉਹਨਾਂ ਨੇ ਉੱਥੇ ਕਿਉਂ ਨਹੀਂ ਇਹ ਚੀਜ਼ਾਂ ਫਿਰ ਇਹ ਤੇ ਹੁਣ ਉਹਨਾਂ ਨੂੰ ਦੱਸਣਾ, ਅਸੀਂ ਤਾਂ ਉਹਨਾਂ ਦੇ ਖਿਲਾਫ ਤਾਂ ਬੋਲ ਰਹੇ ਹਾਂ ਨਾ ਵੀ ਉਹਨਾਂ ਨੇ ਆਪਣੇ ਜਾਤੀ ਮੁਫਾਜ਼ਾਂ ਲਈ ਜਿੰਨੇ ਪੰਜਾਬ ਦੇ ਵਿੱਚ ਇੰਨੇ ਹਜ਼ਾਰਾਂ ਆਦਮੀ ਨਾ ਕਤਲ ਹੁੰਦੇ, ਨਾ ਉਹਨਾਂ ਦੇ ਐਨਕਾਊਂਟਰ ਕੀਤੇ ਜਾਂਦੇ, ਜੇ ਸਾਡੀ ਪੋਲੀਟੀਕਲ ਸਿਸਟਮ ਜਿਹੜਾ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ ਜਿਹਨਾਂ ਕੋਲ ਵਾਗਡੋਰ ਸੀ, ਇਹਦੇ ਖਿਲਾਫ ਆਵਾਜ਼ ਉਠਾਉਂਦੇ। ਇਹਨਾਂ ਨੇ ਕੋਈ ਆਵਾਜ਼ ਨਹੀਂ ਉਠਾਈ। ਉਹਨਾਂ ਨੇ ਕਤਲ ਕਰ ਦਿੱਤੇ ਬਿਆਨ ਸਿੰਘ ਦੇ ਵੇਲੇ, ਜਾਂ ਬਿਆਨ ਸਿੰਘ ਤੋਂ ਅੱਗੇ ਪਿੱਛੇ ਥੋੜਾ ਜਿਹਾ। ਉਸ ਤੋਂ ਬਾਅਦ ਬਾਦਲ ਦੀ ਦੁਆਰਾ ਸਰਕਾਰ ਆਈ ਹੈ। ਬਾਦਲ ਨੇ ਜਿਨ੍ਹਾਂ ਆਦਮੀਆਂ ਨੇ ਫਾਜ਼ਲ ਐਨਕਾਊਂਟਰ ਕੀਤੇ ਨੇ ਸਾਰਿਆਂ ਨੂੰ ਸ਼ੈਲਟਰ ਕੀਤਾ, ਪ੍ਰਮੋਸ਼ਨਾਂ ਦਿੱਤੀਆਂ ਨੇ, ਉਹਨਾਂ ਤੇ ਕੇਸ ਨਹੀਂ ਚਲਾਏ। ਨਹੀਂ ਤੇ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਉਦੋਂ ਇਹ ਰੌਲਾ ਪਾਉਂਦੇ ਹੁੰਦੇ ਸੀ ਲੋਕਾਂ ਤੇ ਸਟੇਜ 'ਚ ਵੀ ਜਿਨ੍ਹਾਂ ਨੇ ਸਾਡੇ ਬੱਚੇ ਕਤਲ ਕੀਤੇ ਨੇ, ਫਾਲਸ ਐਨਕਾਊਂਟਰ ਕੀਤੇ ਨੇ, ਜਿਨ੍ਹਾਂ ਨੇ ਬੱਚਿਆਂ ਦੇ ਨਾਂ ਲਾਏ ਨੇ, ਜਿਨ੍ਹਾਂ ਨੇ ਬੱਚਿਆਂ ਨੂੰ ਜਿਹੜਾ ਤਸ਼ੱਦਦ ਕੀਤਾ ਹੈ, ਟੌਰਚਰ ਕੀਤਾ ਹੈ, ਉਹਨਾਂ ਕੱਲੇ ਨੂੰ ਅਸੀਂ ਜਿਹੜਾ ਹੈ ਉਹਨਾਂ ਤੇ ਕੇਸ ਚਲਾਵਾਂਗੇ। ਮੈਂ ਇੱਕ ਤੁਹਾਨੂੰ ਸਵਾਲ ਕਰਦਾ, ਬੰਦੀ ਸਿੰਘ ਦੇ ਮਾਮਲੇ ਤੇ ਇੱਕ ਪਾਸੇ ਦਿੱਲੀ ਆ ਜਿਹੜੀ ਉਹ ਇਹ ਕਹਿੰਦੀ ਹੈ, ਕੇਂਦਰ ਸਰਕਾਰ ਇਹ ਕਹਿੰਦੀ ਹੈ ਕਿ ਜਾਂ ਉਹਨਾਂ ਦੇ ਲੀਡਰ ਤੁਸੀਂ ਇਹ ਕਹਿ ਲਓ, ਉਹ ਇਹ ਕਹਿੰਦੇ ਆ ਕਿ ਬੰਦੀ ਸਿੰਘ ਜੇ ਬਾਹਰ ਹੁੰਦੇ ਆ ਤਾਂ ਅਮਨ ਕਾਨੂੰਨ ਨੂੰ ਖਤਰਾ। ਜੇ ਮੈਂ ਇੱਥੋਂ ਦੀ ਪੋਲਿਟਿਕਸ ਦੀ ਗੱਲ ਕਰਾਂ, ਕਿ ਇਹਨਾਂ ਨੂੰ ਇਹ ਡਰ ਲੱਗਦਾ ਹੈ ਕਿ ਕਿਤੇ ਪੋਲਿਟਿਕਸ ਵਿੱਚ ਨਾ ਆ ਜਾਣ ਜੇ ਬਾਹਰ ਆ ਗਏ ਤਾਂ? ਨਹੀਂ, ਇਹ ਦੋ ਸਵਾਲ ਆ ਮੇਰੇ। ਇਹ ਦੋ ਗੱਲਾਂ ਨੇ। ਇਹ ਸੈਂਟਰਲ ਸਰਕਾਰ ਜਿਹੜੀ ਹੈ ਉਹ ਇਹ ਚਾਹੁੰਦੀ ਹੈ ਦੱਸਣਾ ਪੰਜਾਬ ਦੇ ਵਿੱਚ ਖਾਸ ਕਰਕੇ ਵੀ ਜਿਹੜੇ ਸਿੱਖ ਅੱਤਵਾਦੀ ਆਪਣੇ ਆਪ ਨੂੰ ਕਹਿੰਦੇ ਨੇ ਜਾਂ ਉਹ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ, ਉਹਨਾਂ ਨੂੰ ਅਸੀਂ ਦੇਖੋ ਕੈਦ ਕਰ ਲਿਆ। ਹਿੰਦੂਆਂ ਨੂੰ ਇਹ ਮਹਿਸੂਸ ਕਰਨ ਲਈ ਵੀ ਅਸੀਂ ਸਿੱਖਾਂ ਦੇ ਖਿਲਾਫ ਹਾਂ। ਜਿਹੜੇ ਸਾਡੇ ਲੀਡਰ ਨੇ ਉਹ ਇਸ ਕਰਕੇ ਉਹਨਾਂ ਦੀ ਮਾਨਤਾ ਨਹੀਂ ਦੇ ਰਹੇ ਵੀ ਇਹਨਾਂ ਨੂੰ ਅਸੀਂ ਜੇ ਮਾਨਤਾ ਦੇਣੇ ਤਾਂ ਸਾਨੂੰ ਇਹ ਕਹਿਣਗੇ ਟੈਰਰਿਸਟ ਦੇ ਜਿਹੜੇ ਨੇ ਇਹ ਸਪੋਰਟ ਕਰਦੇ ਨੇ, ਇਸ ਕਰਕੇ ਸਾਨੂੰ ਹਿੰਦੂ ਵੋਟ ਨਹੀਂ ਮਿਲਣਗੇ। ਗੱਲ ਤੇ ਨਹੀਂ ਪੋਲਿਟਿਕਸ, ਨਹੀਂ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਪੋਲਿਟਿਕਸ ਵਿੱਚ ਨਾ ਆ ਜਾਣ ਕਿਤੇ? ਨਹੀਂ, ਇਹ ਪੋਲਿਟਿਕਸ ਤਾਂ ਹੋਗੀ। ਨਹੀਂ, ਜੇ ਉਹ ਬੰਦੀ ਸਿੱਖ ਬਾਹਰ ਹੁੰਦੇ ਆ ਉਹ ਪੋਲਿਟਿਕਸ ਵਿੱਚ ਨਾ ਜਾਣ। ਨਹੀਂ, ਬੰਦੀ ਸਿੰਘ ਜਿਹੜੇ ਕਿਹਨੇ ਗਿਆ ਇਹਨੇ, ਉਹ ਕਿਤੇ ਐਡੇ ਵੱਡੇ ਹੈ ਕਿ ਇੱਕਦਮ ਜਿਹੜੀ ਪੋਲਿਟਿਕਸ ਬਦਲ ਦੇਣਗੇ। 5-7 ਆਦਮੀ 10 ਆਦਮੀ ਕੀ ਪੋਲਿਟਿਕਸ ਬਦਲ ਦੇਣਗੇ? ਨਾਰਮਲ ਲਾਈਫ। ਹੁਣ ਸ਼ਮਸ਼ੇਰ ਸਿੰਘ ਹੈ ਬਿਲਕੁਲ ਇੱਕ ਜ਼ਿਮੀਂਦਾਰ ਹੈ ਸਧਾਰਨ, ਉਹ ਆਪਣੇ ਪਰਿਵਾਰ ਚ ਆਉਂਦਾ। ਜਿਹੜੇ ਜੇਲ੍ਹਾਂ ਚੋਂ ਸੁਨੇਹੇ ਬਾਹਰ ਆਉਂਦੇ ਰਹੇ, ਤੁਸੀਂ ਵੀ ਸੁਨੇਹੇ ਲੈ ਕੇ ਆਉਂਦੇ ਰਹੇ ਹੋ, ਤੇ ਉਹ ਸੁਨੇਹਾਂ ਦੇ ਨਾਲ ਰਾਜਨੀਤੀ ਦਾ ਅਸਰ ਨਹੀਂ ਪੈਂਦਾ? ਕੀ ਪੈ ਗਿਆ ਦੱਸੋ? ਉਹਨਾਂ ਦੇ ਨਾਲ ਕੋਈ ਇਲੈਕਸ਼ਨ ਦੇ ਵਿੱਚ ਫਰਕ ਪੈ ਗਿਆ? ਉਹਨਾਂ ਨੇ ਕੁਝ ਬਲਜੀਤ ਸਿੰਘਾਂ ਨੇ ਕਹੀ ਸੀ ਵੀ ਮਾਨਦਾਲ ਨੂੰ ਵੋਟਾਂ ਦਿਓ, ਇੱਕ ਨੇ ਕਹਿ ਦਿੱਤਾ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਦਿੱਤਾ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦਿਓ। ਕਿਆ ਉਹਨਾਂ ਨੇ ਉਹ ਜਿੱਤ ਗਏ ਸੀ? ਉਹਨਾਂ ਦਾ ਕਹਿਣ ਦਾ ਇਹ ਤਾਂ ਹੱਕ ਹੈ। ਜੇ ਬਾਹਰ ਆਣ ਕੇ ਵੀ ਉਹ ਗੱਲ ਕਰਦੇ ਨੇ, ਰਾਜਨੀਤਿਕ ਤੌਰ ਤੇ ਜੋ ਉਹਨਾਂ ਨੂੰ ਵਿਧਾਨਕ ਤੌਰ ਤੇ ਹੱਕ ਮਿਲੇ, ਉਹ ਤਾਂ ਕਹਿਣ ਦੀ ਲੋੜ ਹੈ। ਉਹ ਮੈਨੂੰ ਸਪੋਰਟ ਕਰਨ, ਤੁਹਾਨੂੰ ਸਪੋਰਟ ਕਰਨ, ਕਿਸੇ ਪਾਰਟੀ ਨੂੰ ਕਰਨ, ਉਹਨਾਂ ਦਾ ਹੱਕ ਬਣਦਾ ਹੈ। ਹੁਣ ਭਾਈ ਰਣਜੀਤ ਸਿੰਘ ਜਿਹੜੇ ਜਥੇਦਾਰ ਸਨ ਸਾਬਕਾ, ਜਿਨ੍ਹਾਂ ਨੂੰ ਨਿਰੰਕਾਰੀ ਕਤਲ ਕੇਸ 'ਚ ਸਜ਼ਾ ਵੀ ਹੋਈ, ਉਮਰ ਸਜ਼ਾ ਭੋਗ ਕੇ ਬਾਅਦ ਉਹਨੂੰ ਆਪਣਾ ਧਰਮ ਪ੍ਰਚਾਰ ਕਰ ਰਹੇ ਨੇ, ਰਾਜਨੀਤਿਕ ਗੱਲਾਂ ਵੀ ਕਰਦੇ ਨੇ, ਉਹਨਾਂ ਦਾ ਹੱਕ ਇਹ ਕਰ ਸਕਦੇ ਨੇ। ਜੇ ਰਾਮ ਰਹੀਮ ਜਿਹੜਾ ਹੈ ਉਹਨੂੰ ਪੈਰੋਲ ਦੇ ਦਰਮਿਆਨ ਹੀ ਉਹਨੂੰ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਔਰ ਪ੍ਰਚਾਰ ਜਿਹੜਾ ਹੈ ਇੱਕ ਪਰਟੀਕੂਲਰ ਪਾਰਟੀ ਨੂੰ ਫਾਇਦੇਮੰਦ ਹੈ, ਤੇ ਉਦੋਂ ਨਹੀਂ ਅਮਨ ਖਰਾਬ ਹੁੰਦਾ। ਅਮਨ ਖਰਾਬ ਹੁੰਦਾ ਹੈ ਰੋਜ਼। ਮੈਨੂੰ ਫਿਰ ਥੋੜਾ ਟੈਕਨੀਕਲੀ ਚੀਜ਼ ਸਮਝਾਓ ਤੁਸੀਂ। ਜਿਵੇਂ ਰਾਜੀਵ ਗਾਂਧੀ ਦਾ ਮਾਮਲਾ ਜਾਂ ਬਿਲਕਿਸ ਬਾਨੋ ਦਾ ਮਾਮਲਾ ਹੈ, ਉਸ ਮਾਮਲੇ ਦੇ ਉੱਤੇ ਜਿਹੜਾ ਫੈਸਲਾ ਆਇਆ, ਉਸ ਫੈਸਲੇ ਨੂੰ ਆਧਾਰ ਬਣਾ ਕੇ ਤੁਸੀਂ ਇਹ ਕੇਸ ਪੁੱਟ ਅਪ ਕਰ ਸਕਦੇ ਹੋ ਬੰਦੀ ਸਿੱਖ ਵਾਲਾ? ਹਾਂ, ਕਰ ਸਕਦੇ ਹਾਂ, ਕਿਉਂਕਿ ਫਿਰ ਮੈਂ ਕਰਦਾ ਤੁਹਾਨੂੰ ਕਤਲ ਦੇ ਆ ਨਾ, ਰਾਜੀਵ ਗਾਂਧੀ ਦਾ ਕੇਸ ਵੀ ਕਤਲ ਦਾ ਕੇਸ ਸੀ। ਉਹਨਾਂ ਨੂੰ ਕਤਲ ਦੀ ਸਜ਼ਾ ਹੋ ਗਈ। ਸਜ਼ਾ ਮਾਫ ਕਰਨ ਦਾ ਜਿਹੜਾ ਹੱਕ ਹਕੂਕ ਜਾਂ ਕਾਨੂੰਨੀ ਤੌਰ ਤੇ ਜਿਹੜਾ ਹੱਕ ਹੈ ਗਵਰਨਮੈਂਟ ਆਫ ਇੰਡੀਆ ਦਾ, ਚਾਹੇ ਉਸ ਸਟੇਟ ਦਾ ਜਿਸ ਸਟੇਟ 'ਚ ਕਤਲ ਹੋਇਆ ਹੈ, ਜੇ ਉਹਨਾਂ ਨੂੰ ਕਤਲ ਕੇਸ 'ਚ ਦਿੱਤਾ, ਰਾਜੀਵ ਗਾਂਧੀ ਵੀ ਇੱਕ ਹਿਊਮਨ ਬੀਇੰਗ ਸੀ,
302 ਦਾ ਰਾਜੀਵ ਗਾਂਧੀ ਹੋਣ ਕਰਕੇ ਉਹਨਾਂ ਨੂੰ ਜਿਹੜੀ ਸਜ਼ਾ ਡਬਲ ਤਾਂ ਨਹੀਂ ਮਿਲ ਸਕਦੀ, ਉਹਨਾਂ ਨੂੰ ਪੁੱਠਾ ਕਰਕੇ ਤੇ ਨਹੀਂ ਜਿਹੜਾ ਫਾਂਸੀ ਦਿੱਤਾ ਜਾ ਸਕਦਾ। ਸਿਸਟਮ ਤਾਂ ਉਹੀ ਹੈ ਨਾ। ਇਸ ਕਰਕੇ ਇਹ ਇੰਡੀਵਿਜੂਅਲ ਕ੍ਰਾਈਮ ਤੇ ਆਪਾਂ ਨੂੰ ਲੈਣਾ ਵੀ 302 ਦਾ ਸਜ਼ਾ ਜਿਹੜੀ ਹੈਗੀ ਆ ਉਹਦੇ 'ਚ ਇੱਕ ਆਦਮੀ ਛੱਡ ਸਕਦਾ, ਦੂਜੀ ਕਿਉਂ ਨਹੀਂ ਛੱਡਦੀ? ਪੋਲੀਟੀਕਲੀ ਗੱਲਾਂ ਨੇ। ਬਾਕੀ ਜੇ ਇਹ ਜਿਹੜੀ ਉਹਨਾਂ ਦੀ ਰਿਲੀਜਨ ਹੈ, ਇਹ ਸਾਰੀ ਦੀ ਸਾਰੀ ਸਟੇਟ ਦੀ ਜੁਰਿਸਡਿਕਸ਼ਨ 'ਚ। ਬਾਕੀ ਦੇ ਜਿਹੜੇ ਪੰਜਾਬ ਦੇ ਲੋਕੀ ਛੱਡੀ ਜਾਂਦੇ ਨੇ, ਉਹ ਗਵਰਨਰ ਛੱਡੀ ਜਾਂਦਾ ਹੈ। ਅਸੀਂ ਜਦੋਂ ਗਵਰਨਰ ਨੂੰ ਜਾ ਕੇ ਕਹਿੰਦਾ ਮੇਰਾ ਅਧਿਕਾਰ ਨਹੀਂ, ਮੈਂ ਸੈਂਟਰ ਨੂੰ ਭੇਜ ਦਿੱਤਾ ਜੀ। ਜੇ ਸੈਂਟਰ ਨੂੰ ਭੇਜਣਾ, ਗਵਰਨਰ ਇੱਥੋਂ ਦਾ ਰਿਕਮੈਂਡ ਕਰਕੇ ਭੇਜਦਾ ਵੀ ਬੰਦੇ 25-25 30 ਸਾਲ ਤੋਂ ਅੰਦਰ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਸੈਂਟਰ ਗਵਰਨਮੈਂਟ ਕਿਤੇ ਅੱਗੇ ਚਲੇ ਜਾਂਦੀ। ਜਦੋਂ ਥੱਲੇ ਹੀ ਇਹ ਕਹਿੰਦੇ ਨੇ, ਇਹ ਕਹੀ ਜਾਣਾ ਵੀ ਬੜਾ ਇਹਨਾਂ ਨੂੰ ਜਿਹੜਾ ਜੀ ਖਤਰਾ ਹੈ ਅਮਨਪਾਲ ਨੂੰ, ਉਹਨਾਂ ਦੇ ਨਾਲ 1-2 ਸਿਕਿਉਰਿਟੀ ਬੰਦੇ ਲਾ ਦੇਣ। ਉਹਨਾਂ ਦੀਆਂ ਜਿਹੜੀਆਂ ਨੇ ਰਿਸਟ੍ਰਿਕਸ਼ਨ, ਜਿਹੜੀਆਂ ਮੂਵਮੈਂਟ ਸਰਕਾਰ ਕੋਲ ਹੈਗੀ ਆ, ਸਾਰੀ ਪਾਵਰ ਹੈਗੀ ਆ, ਉਹਨਾਂ ਦੀ ਚੈੱਕ ਕਰ ਸਕਦੀ ਹੈ ਵੀ ਆਇਆ। ਫਿਰ ਇਹ ਐਂਟੀ ਜਿਹੜੀ ਹੈਗੀ ਗਵਰਨਮੈਂਟ ਤੇ ਨਹੀਂ ਕਰਦੇ, ਇਹ ਕੋਈ ਗੈਰ ਕਾਨੂੰਨੀ ਤੇ ਨਹੀਂ ਨਾ ਕਰਨ ਨੂੰ ਤਿਆਰ। ਇਹ ਗੱਲ ਕਹੀ ਜਾਣੀ ਵੀ ਅਮਨ ਨੂੰ ਖਤਰਾ, ਅਮਨ ਨੂੰ ਖਤਰਾ, ਅਮਨ ਨੂੰ ਖਤਰਾ। ਅਮਨ ਨੂੰ ਖਤਰਾ ਤਾਂ ਹੁਣ ਜ਼ਿਆਦਾ ਭਗਵੰਤ ਮਾਨ ਨੂੰ ਆ, ਮਾਨ ਕੋਲੋਂ ਆ, ਜਿਹੜਾ ਗੈਰ ਕਾਨੂੰਨੀ ਜਿਹੜਾ ਹੈ ਸਰਕਾਰ ਚਲਾ ਰਿਹਾ ਹੈ। ਕਾਨੂੰਨ ਨੂੰ ਪਾਲਣਾ ਨਹੀਂ ਹੋ ਰਹੀ। ਕਿੱਥੇ ਕਿਉਂ ਨਹੀਂ ਚਿੱਟਾ ਵਿਕਣਾ ਬੰਦ ਹੋ ਰਿਹਾ? ਕਿਉਂ ਨਹੀਂ ਮਾਈਨਿੰਗ ਬੰਦ ਹੋ ਰਹੀ? ਕਿਉਂ ਲੋਕੀ ਜਿਹੜੇ ਸੁਸਾਈਡ ਕਰ ਰਹੇ ਨੇ? ਇਹ ਇਹਨਾਂ ਦੀ ਡਿਊਟੀ ਹੈ ਨਾ ਜੀ। ਇਹ ਅਮਨ ਨਹੀਂ ਪੈਦਾ ਜਿਹੜਾ ਐਸਟੈਬਲਿਸ਼ ਕਰ ਸਕੇ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲੈਣਾ ਸਰ, ਵਾਪਸ ਆ ਰਹੇ ਤੁਹਾਡੇ ਕੋਲ। ਚਹਿਲ ਸਾਹਿਬ ਤੋਂ ਬਹੁਤ ਸਾਰੇ ਸਵਾਲ ਅਸੀਂ ਲੈ ਰਹੇ ਹਾਂ ਤੇ ਵਾਪਸ ਆ ਕੇ ਹੋਰ ਵੀ ਪੁੱਛਾਂਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਚਹਿਲ ਸਾਹਿਬ, ਤੁਸੀਂ ਸਾਰੇ ਸਿਸਟਮ ਤੇ ਸਵਾਲ ਚੁੱਕਦੇ ਪਏ ਹੋ, ਨਿਆਂ ਪ੍ਰਣਾਲੀ ਤੇ ਤੁਸੀਂ ਸਵਾਲ ਚੁੱਕਦੇ, ਸਰਕਾਰਾਂ ਤੇ ਤੁਸੀਂ ਸਵਾਲ ਚੁੱਕਦੇ। ਚਹਿਲ ਸਾਹਿਬ, ਤੁਸੀਂ ਇੰਨੇ ਸਾਲ ਕੰਮ ਕੀਤਾ, 52 ਸਾਲ ਦਾ ਤੁਹਾਡਾ ਤਜਰਬਾ, ਉੱਥੇ ਰਹਿ ਕੇ ਵੀ ਤੁਹਾਨੂੰ ਨਿਆਂ ਪ੍ਰਣਾਲੀ ਤੇ ਭਰੋਸਾ ਜਿਹੜਾ ਉਹ ਨਹੀਂ ਤੁਹਾਡਾ ਬਣ ਪਾਇਆ? ਇਹ ਮੇਰਾ ਨਹੀਂ ਹੈਗਾ, ਲੋਕਾਂ ਦਾ ਨਹੀਂ ਭਰੋਸਾ ਹੈਗਾ ਜੀ। ਭਰੋਸਾ ਕਿੱਦਾਂ ਬਣ ਜੇ? ਤੁਸੀਂ ਆਪ ਦੇਖੋ ਸਿਸਟਮ ਕੀ ਆ। ਜਦੋਂ ਕੋਈ ਕ੍ਰਾਈਮ ਹੋ ਜਾਂਦਾ ਹੈ ਨਾ, ਉਹਦਾ ਕ੍ਰਾਈਮ ਦਾ ਸਿੱਧਾ ਕੇਸ ਰਜਿਸਟਰ ਹੋ ਕੇ ਤੇ ਉਹਦੀ ਇਨਵੈਸਟੀਗੇਸ਼ਨ ਹੋ ਕੇ ਉਹਦਾ ਕੇਸ ਚੱਲ ਪੈਂਦਾ ਹੈ। ਲਾ ਨੇ ਪ੍ਰੋਵਾਈਡ ਕੀਤਾ ਵੀ ਜੇ ਕੋਈ ਕ੍ਰਾਈਮ ਹੋ ਗਿਆ, ਮਰਡਰ ਹੋ ਗਿਆ ਹੈ, ਮਰਡਰ ਦਾ ਪਰਚਾ ਦਰਜ ਹੋ ਜੇ, ਪੁਲਿਸ ਨੇ 90 ਦਿਨ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਉਹਦੇ ਖਿਲਾਫ ਚਲਾਨ ਪੇਸ਼ ਕਰਨਾ। ਜੇ ਨਹੀਂ ਕਰੇਗੀ ਤਾਂ ਉਹਦੀ ਮੁਲਜ਼ਮ ਦੀ ਜ਼ਮਾਨਤ ਹੋ ਜਾਏਗੀ। ਇਹ ਕਾਨੂੰਨ ਹੈ ਨਾ ਜੀ, ਠੀਕ ਹੈ। ਉਹਦੇ 'ਚ ਫਿਰ ਲਿਖਿਆ ਵੀ ਜਿਹੜਾ ਇਸ ਤਰ੍ਹਾਂ ਦਾ ਕ੍ਰਾਈਮ ਹੈ ਉਹਦਾ ਡੇ ਟੂ ਡੇ ਟ੍ਰਾਇਲ ਕਰਕੇ ਉਹਨੂੰ ਇੱਕਦਮ ਜਸਟਿਸ ਦੇਣਾ ਚਾਹੀਦਾ। ਨਿਆਂਪਾਲਿਕਾ ਕੀ ਕਰਦੀ ਹੈ? ਜਿਨ੍ਹਾਂ ਦੇ ਕੇਸ ਆ, ਹੁਣ ਇੱਕ ਮੁਹਾਲੀ ਤੋਂ ਕੁਝ ਦਿਨ ਹੋ ਗਏ, 2 ਜਿਹੜੇ ਪੁਲਿਸ ਵਾਲਿਆਂ ਨੂੰ ਕੈਦ ਹੋਈ, ਉਮਰ ਕੈਦ ਹੋਈ ਆ, 28 ਸਾਲ ਬਾਅਦ ਹੋਈ ਹੈ। ਕਿਉਂ ਹੋਈ ਹੈ? ਇਸ ਕਰਕੇ ਹੋਈ ਹੈ ਵੀ ਉਹਨਾਂ ਨੇ ਥੱਲੇ, ਉਹਨਾਂ ਦੇ ਪਰਿਵਾਰਾਂ ਨੇ ਥੱਲੇ ਅਰਜ਼ੋਈ ਕੀਤੀ, ਸਾਰੀਆਂ ਅਥਾਰਟੀਜ਼ ਨੂੰ ਮਿਲੇ ਵੀ ਸਾਡੇ ਬੰਦੇ ਜਿਹੜੇ ਗਲਤ ਕਤਲ ਕੀਤੇ ਗਏ ਨੇ, ਕਿਸੇ ਨੇ ਨਹੀਂ ਸੁਣਾਈ ਕੀਤੀ। ਫਿਰ ਉਹਨਾਂ ਨੇ ਰਿਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਰਿਟਾਂ ਸੁਪਰੀਮ ਕੋਰਟ ਤੱਕ ਕੀਤੀਆਂ। ਸੁਪਰੀਮ ਕੋਰਟ ਨੇ ਇਹ ਨਹੀਂ ਕਿਹਾ ਵੀ ਕੇਸ ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਕਰਕੇ ਚਲਾਨ ਦਿਓ। ਸੁਪਰੀਮ ਕੋਰਟ ਕਹਿ ਰਹੇ ਨਹੀਂ, ਪਹਿਲੇ ਇਨਕੁਆਇਰੀ ਕਰੋ। CBI ਨੇ ਇਨਕੁਆਇਰੀ ਜਿਹੜੀ 10 ਸਾਲ 5 ਸਾਲ 7 ਸਾਲ ਆ ਦਿੱਤੇ। ਫਿਰ ਉਹਨਾਂ ਨੇ ਜਾ ਕੇ ਰਿਪੋਰਟ ਦਿੱਤੀ ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਨੇ ਫਿਰ ਕਿਹਾ ਵੀ ਕੇਸ ਰਜਿਸਟਰ ਕਰੋ। ਫਿਰ ਰਜਿਸਟਰ ਕਰਕੇ ਫਿਰ ਉਹਦੀ ਇਨਵੈਸਟੀਗੇਸ਼ਨ ਹੋਈ, ਫਿਰ ਉਹਦਾ ਚਲਾਨ ਹੋਇਆ। ਮਤਲਬ ਸੁਪਰੀਮ ਕੋਰਟ ਨੇ ਆਪਣੇ ਆਪ ਹੀ ਉਹਦੀ ਜਿਹੜੀ ਜ਼ਿੰਦਗੀ ਹੈ ਨਾ ਜੀ, ਉਹ ਲੰਬੀ 10 ਤੋਂ 12 14 ਸਾਲ ਕਰ ਦਿੱਤੀ। ਇਨਸਾਫ ਕਿੱਥੋਂ ਮਿਲ ਜਾਏਗਾ? ਜੇ ਬਾਕੀ ਦੇ ਲਾ ਇਹ ਪ੍ਰੋਵਾਈਡ ਕਰਦਾ, ਅਦਾਲਤਾਂ ਨੂੰ ਵੀ ਇਹ ਹੱਕ ਹੈ ਵੀ ਤੁਸੀਂ ਇੱਕਦਮ ਜਿਹੜਾ ਹੈ ਆਰਡਰ ਕਰ ਦਿਓ, ਜਿੱਥੇ ਕ੍ਰਾਈਮ ਹੋਇਆ ਇਹਦੀ ਇਨਵੈਸਟੀਗੇਸ਼ਨ ਕਰਕੇ ਉਹਦਾ ਫੈਸਲਾ ਕਰੋ। ਇਹ ਕਿੱਥੇ ਲਿਖਿਆ ਵੀ ਉਹਦੀ ਇਨਕੁਆਇਰੀ ਕਰੋ? ਇਨਕੁਆਇਰੀ ਕਰਕੇ ਫਿਰ ਜਿਹੜੀ ਰਿਪੋਰਟ ਦਿਓ ਸਾਨੂੰ, ਫਿਰ ਅਸੀਂ ਕੇਸ ਰਜਿਸਟਰ ਕਰਵਾਵਾਂਗੇ, ਫਿਰ ਜਾ ਕੇ ਉਹਦੀ ਇਨਵੈਸਟੀਗੇਸ਼ਨ ਹੋਏਗੀ। ਮਤਲਬ ਇਹ ਜਿਹੜਾ ਹੈ ਇਹ ਜੁਡੀਸ਼ੀਅਲ ਸਿਸਟਮ ਦੇ ਖਿਲਾਫ ਹੀ ਬੋਲਿਆ ਜਾਏ, ਹੋਰ ਕੀ ਹੈ? ਬਾਕੀ ਦੇ ਸਿਸਟਮ 'ਚ ਕਿਉਂ ਨਹੀਂ ਇੱਦਾਂ ਹੁੰਦਾ? ਇਹ ਸਿੱਖਾਂ ਵਾਲੇ ਜਿਹੜੇ ਕੇਸ ਨੇ ਉਹਨਾਂ ਕਿਉਂ ਵਿੱਚ ਹੋਇਆ? ਤੁਸੀਂ ਬਿਆਨ ਸਿੰਘ ਕਤਲकांड ਬਾਰੇ ਜਦੋਂ ਵੀ ਕੋਈ ਜ਼ਿਕਰ ਹੁੰਦਾ, ਤੁਹਾਡਾ ਵੀ ਜ਼ਿਕਰ ਹੁੰਦਾ, ਤੁਸੀਂ ਉਹਨਾਂ ਕੇਸਾਂ ਦੇ ਵਿੱਚ ਸਾਰਾ ਜਿਹੜੀ ਪ੍ਰਕਿਰਿਆ ਅੱਗੇ ਵਧਾਈ ਹੈ। ਮੇਰਾ ਸਵਾਲ ਹੈ, ਜਿਹੜਾ KPS ਗਿੱਲ ਤੇ ਰੂਪਨ ਦਿਓਲ ਬਜਾਏ ਹੋਰਾਂ ਵਾਲਾ ਕੇਸ ਸੀਗਾ, ਉਸ ਮਾਮਲੇ ਵਿੱਚ ਅਸਲ 'ਚ ਕੀ ਹੋਇਆ ਸੀ? ਕਿਉਂਕਿ KPS ਗਿੱਲ ਦੇ ਖਿਲਾਫ ਵੀ ਤੁਸੀਂ ਬਹੁਤ ਬੋਲਦੇ ਹੋ। ਹਾਂਜੀ, KPS ਗਿੱਲ ਦੇ ਵਿੱਚ ਇੱਕ SL ਕਪੂਰ ਸਾਹਿਬ ਸਨ, ਹੋਮ ਸੈਕਟਰੀ ਸੀ ਉਸ ਵੇਲੇ ਜਦੋਂ ਇਹ ਕੇਸ ਹੋਇਆ। ਹੋਮ ਸੈਕਟਰੀ ਜਿਹੜਾ ਹੈ ਚੀਫ ਸੈਕਟਰੀ ਤੋਂ ਨੈਕਸਟ ਹੁੰਦਾ, ਸੀਨੀਅਰ ਮੋਸਟ। ਸਾਰੇ ਦਾ ਸਾਰਾ ਲਾ ਐਂਡ ਆਰਡਰ ਪ੍ਰੋਬਲਮ ਜਿਹੜੀ ਸਟੇਟ ਦੀ ਉਹਦੇ ਥੱਲੇ ਹੁੰਦੀ ਹੈ, ਪਲੱਸ ਜਿਹੜਾ ਮਿਨਿਸਟਰ ਇੰਚਾਰਜ ਸੈਕੰਡ ਹੋਏਗਾ, ਠੀਕ ਹੈ ਜੀ। ਉਹਦੇ ਘਰ 'ਚ ਉਹਨੇ ਇੱਕ ਪਾਰਟੀ ਦਿੱਤੀ ਸੋਸ਼ਲ ਸਿਸਟਮ ਦੇ ਵਿੱਚ, ਪਤਾ ਨਹੀਂ ਕੀ ਉਹਦੇ ਘਰ 'ਚ ਕੋਈ ਖੁਸ਼ੀ ਸੀ ਚਾਹੇ ਕੋਈ ਹੋਰ ਸੋਸ਼ਲ ਗੱਲ ਸੀ। ਉਹਨੂੰ ਉਹਦੇ 'ਚ ਗਿੱਲ ਨੂੰ ਵੀ ਬੁਲਾ ਲਿਆ
ਰੂਪਨ ਨੂੰ ਵੀ ਬੁਲਾ ਲਿਆ, ਉਹਦੇ ਘਰ ਵਾਲੇ ਨੂੰ ਵੀ ਬੁਲਾ ਲਿਆ, IAS IPS ਹੋਰ ਬੜੇ ਆਫੀਸਰ ਸਨ ਉੱਥੇ। KPS ਗਿੱਲ ਨੇ ਸ਼ਰਾਬ ਪੀ ਕੇ ਔਰਤਾਂ ਨਾਲ ਬੇਸਬਿਹੇਵ ਕਰਨਾ ਸ਼ੁਰੂ ਕਰ ਦਿੱਤਾ। ਇੱਕ ਮਿਸਬਿਹੇਵ ਕਰ ਦਿੱਤਾ ਜਿਹੜੀ ਮੈਡਮ ਦਿਓਲ ਨਾਲ, ਉਹਨਾਂ ਦੇ ਪਿੱਛੇ ਥੱਪੜ ਮਾਰਿਆ। ਉਹਨਾਂ ਨੇ ਆਬਜੈਕਸ਼ਨ ਕੀਤਾ ਵੀ ਤੁਸੀਂ ਇਹ ਮੇਰੀ ਬੇਇੱਜ਼ਤੀ ਕੀਤੀ ਸਾਰਿਆਂ ਦੇ ਸਾਹਮਣੇ, ਮੇਰੀ ਤੁਸੀਂ ਜਿਹੜੀ ਹੈਗੀ ਆ ਯੂ ਟਰਾਈ ਟੂ ਆਊਟਰੇਜ ਮਾਈ ਮੋਡੈਸਟੀ। ਉਹਨਾਂ ਨੇ ਉਸੇ ਵੇਲੇ ਕਪੂਰ ਦੇ ਨੋਟਿਸ 'ਚ ਲਿਆਂਦਾ, ਉਹਨੇ ਕੁਛ ਨਹੀਂ ਕੀਤਾ। ਉਸ ਤੋਂ ਬਾਅਦ ਫਿਰ ਉਹ ਅੱਗੇ ਜਾ ਕੇ ਹਾਇਰ ਆਫੀਸਰ ਨੂੰ ਮਿਲਦੀ, ਕੁਛ ਨਹੀਂ ਕੀਤਾ। ਫਿਰ ਉਹਨੇ ਐਡਵਾਈਜ਼ਰ ਨੂੰ ਮਿਲੀ, ਫਿਰ ਉਹ ਗਿਆ ਕਿ ਗਵਰਨਰ ਨੂੰ ਮਿਲੀ। ਵੀ ਉਸ ਕੇਸ ਨੂੰ ਕੋਈ ਹੱਥ ਨਹੀਂ ਪਾ ਰਿਹਾ ਸੀ ਜੋ ਸਾਡੇ ਕੋਲ ਜਾਣਕਾਰੀ ਹੈ। ਮੈਂ ਕਿਹਾ ਜੀ ਕੋਈ ਪੁਲਿਸ ਹੀ ਨਹੀਂ ਸੀ ਰਜਿਸਟਰ ਕਰਨ ਨੂੰ ਤਿਆਰ। ਗਵਰਨਰ ਇਹ ਸਟੈਂਡ ਲੈਂਦਾ ਸੀ ਵੀ ਇਸ ਵੇਲੇ ਗਿੱਲ ਦੇ ਨਾਲੋਂ ਚੰਗਾ ਆਦਮੀ ਸਾਨੂੰ ਕੋਈ ਵੀ ਨਹੀਂ, ਜਿਹੜਾ ਅੱਤਵਾਦ ਨੂੰ ਠੱਲ ਪਾ ਲੇ ਤੇ ਅਸੀਂ ਇਹਦੇ ਖਿਲਾਫ ਕੇਸ ਰਜਿਸਟਰ ਕਰ ਦਾਂਗੇ, ਸਾਰੀ ਪੁਲਿਸ ਡਿਮੋਰਲਾਈਜ਼ ਹੋ ਜਾਏਗੀ। ਤੇ ਉਹ ਕਹਿੰਦੀ ਜੀ ਫਿਰ ਤੇ ਸਾਰੇ ਪੁਲਿਸ ਵਾਲੇ ਔਰਤਾਂ ਨੂੰ ਛੇੜੀ ਜਾਣ ਤੇ ਤੁਹਾਡੀ ਜਿਹੜੀ ਆ ਮੋਰਲ ਤੁਹਾਡੀ ਪੁਲਿਸ ਦਾ ਠੀਕ ਹੈ। ਇਹਨੇ ਕ੍ਰਾਈਮ ਕੀਤਾ, ਇਹਨੂੰ ਸਜ਼ਾ ਕਿਉਂ ਨਹੀਂ ਮਿਲੀ? ਉਹਦਾ ਕੋਈ ਕੇਸ ਰਜਿਸਟਰ ਨਹੀਂ ਕੀਤਾ ਪੁਲਿਸ ਨੇ। ਕੋਈ ਕੇਸ ਰਜਿਸਟਰ ਕਰਨ ਦੇ ਨਾਲ ਉਹਨਾਂ ਨੂੰ ਕੰਪਲੇਂਟ ਫਾਈਲ ਕਰਨੀ ਪਈ, ਪ੍ਰਾਈਵੇਟ ਕੰਪਲੇਂਟ। ਉਹਦਾ ਪ੍ਰੋਸੀਜਰ ਹੋਰ ਹੋ ਗਿਆ। ਉਹ ਵੀ ਕੰਪਲੇਂਟ ਜਿਹੜੀ ਹੈ ਹਾਈ ਕੋਰਟ ਨੇ ਕੁਐਸ਼ ਕਰ ਦਿੱਤੀ। ਉਹਦੇ ਲਈ ਉਹਨੂੰ ਸੁਪਰੀਮ ਕੋਰਟ ਪਾਉਣਾ ਗਿਆ। ਸੁਪਰੀਮ ਕੋਰਟ ਨੇ ਫਿਰ ਰਿਮਾਂਡ ਕੀਤਾ ਵੀ ਇਹਦੇ 'ਚ ਕੇਸ ਬਣਦਾ ਹੈ, ਇਹਦਾ ਟਰਾਈ ਕਰੋ। ਇਹ ਸਾਰਾ ਪ੍ਰੋਸੈਸ ਜਿਹੜਾ ਇਹ ਕਈ ਸਾਲ ਖਾ ਗਿਆ। ਤੇ ਜੇ ਉਹਨਾਂ ਨੂੰ 8-9 ਸਾਲ ਇਸ ਕੇਸ ਦੇ ਵਿੱਚ ਪਰੇਸ਼ਾਨੀ ਪਈ ਹੈ, ਜਿਨ੍ਹਾਂ ਕੋਲ ਪੈਸੇ ਵੀ ਹੈਗੇ ਸੀ, ਦਿਮਾਗੀ ਤੌਰ ਤੇ ਵੀ ਸੀ, ਠੀਕ ਸੀ, ਉਹਨਾਂ ਦੀ ਪੋਜੀਸ਼ਨ ਵੀ ਬੜੀ ਸਾਊਂਡ ਸੀ, ਉਹ 9 ਸਾਲ ਦੇ ਵਿੱਚ ਇਸ ਮਾਮਲੇ ਨੂੰ ਲੜਦੇ ਬਹੁਤ ਹੀ ਵੱਡੀ ਪਰੇਸ਼ਾਨੀ 'ਚ ਆ ਗਏ ਵੀ ਅਸੀਂ ਕੇਸ ਮੁਸ਼ਕਿਲ 'ਚ ਫਸ ਗਏ। ਤੇ ਜਿਨ੍ਹਾਂ ਨੂੰ 28-28 ਸਾਲ ਸਰਕਾਰ ਜਿਹੜੀ ਹੈ ਰੋਲਦੀ ਫਿਰਦੀ ਹੈ, ਜਿਨ੍ਹਾਂ ਦੇ ਕੇਸ ਹੈ, ਉਹ ਕੀ ਕਰੀਏ? ਕੌਣ ਜ਼ਿੰਮੇਵਾਰ ਉਹਦਾ? ਸਿਸਟਮ ਵੀ ਜ਼ਿੰਮੇਵਾਰ ਹੈ ਨਾ, ਜਦੋਂ ਉਹਨਾਂ ਦਾ ਬੰਦਾ ਮਾਰ ਦਿੱਤਾ ਗਿਆ ਹੈ। ਇਹ ਤਾਂ ਸਰਕਾਰ ਦੀ ਡਿਊਟੀ ਬਣਦੀ ਹੈ ਵੀ ਇਹ ਲੱਭੇ ਵੀ ਕਿਹਨ ਮਾਰਿਆ ਹੈ, ਜਿਨ ਮਾਰਿਆ ਨੂੰ ਸਜ਼ਾ ਦਿੱਤੀ ਜਾਵੇ। ਹੁਣ ਪੁਲਿਸ ਵਾਲੇ ਨੇ ਮਾਰਿਆ, ਪੁਲਿਸ ਵਾਲਿਆਂ ਨੂੰ ਉਹਨੂੰ ਤਾਂ ਬਚਾਉਣ ਨੂੰ ਗੱਲ ਬਣਦੀ ਹੈ। ਜੇ ਬਚਾਉਣ ਨੂੰ ਗੱਲ ਬਣਦੀ ਹੈ ਤੇ ਫਿਰ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲੇਗਾ ਉਹ ਕੀ ਕਰਨ? ਫਿਰ ਪੰਜਾਬ ਤਾਂ ਉਸੇ ਦੌਰ ਵਿੱਚ ਜਾ ਖੜਾ ਹੋਊਗਾ ਨਾ। ਨਹੀਂ, ਖੜਾ ਇਹ ਕਰ ਰਹੇ ਨੇ ਜੀ, ਇਹ ਖੜਾ ਕਰ ਰਹੇ ਨੇ। ਤੇ ਫਿਰ ਜਿਹੜੀ ਪੋਲਿਟਿਕਸ ਜਿਹਨਾਂ ਤੁਸੀਂ ਜ਼ਿਕਰ ਕਰਦੇ ਹੋ, ਜਿਹੜੀ ਪੋਲਿਟਿਕਸ ਮੋਰਚੇ ਲਾਉਂਦੀ ਰਹੀ ਹੈ, ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ? ਉਹਨਾਂ ਦੀ ਜ਼ਿੰਮੇਵਾਰੀ ਗੈਰ ਜ਼ਿੰਮੇਵਾਰੀ ਹੈ ਜੀ ਇਸ ਵੇਲੇ। ਉਹਨਾਂ ਦੀ ਜ਼ਿੰਮੇਵਾਰੀ ਕੋਈ ਵੀ ਨਹੀਂ। ਉਹਨਾਂ ਦਾ ਇੱਕ ਨਿਸ਼ਾਨਾ ਹੈ ਵੀ ਅਸੀਂ ਕਿਸੇ ਤਰ੍ਹਾਂ ਪਾਵਰ ਜਿਹੜੀ ਪੰਜਾਬ ਦੀ ਆਪਣੇ ਹੱਥ ਚ ਲਈਏ। ਨਹੀਂ ਸਰ, ਪੰਜਾਬ ਦੀ ਸ਼ਾਂਤੀ, ਪੰਜਾਬ ਦੀ ਭਾਈਚਾਰਕ ਸਾਂਝ ਕਿਸੇ ਦੀ ਜ਼ਿੰਮੇਵਾਰੀ ਨਹੀਂ? ਬਿਲਕੁਲ ਨਹੀਂ, ਉਹਨਾਂ ਦੀ ਕਿਸੇ ਦੀ ਨਹੀਂ ਜੀ। ਹੁਣ ਤੁਸੀਂ ਦੇਖੋ ਨਾ, ਭਗਵੰਤ ਮਾਨ ਦੀ ਤੁਸੀਂ ਬੇਅਦਬੀ ਕੇਸਾਂ ਦੀ ਗੱਲ ਕਰਕੇ ਵੇਖ ਲਓ, ਭਗਵੰਤ ਮਾਨ ਸੁਣਨ ਨੂੰ ਤਿਆਰ ਨਹੀਂ। ਆਪਾਂ ਦੀ ਫਿਰ ਗੱਲ ਇਸ ਨੂੰ ਕਰੀਏ ਵੀ 7 ਮਹੀਨੇ 'ਚ ਕੀ ਪ੍ਰੋਗਰੈਸ ਹੋਈ ਹੈ। ਸਿੱਟ ਇਹਨਾਂ ਨੇ ਤਿਆਰ ਕੀਤੀ ਸੀ, ਕੋਸ਼ਿਸ਼ ਕੀਤੀ, ਇਹਨਾਂ ਨੇ ਇਹ ਗੱਲ ਕਹੀ 3 ਮਹੀਨਿਆਂ 'ਚ ਅਸੀਂ ਰਿਪੋਰਟ ਦੇ ਦਾਂਗੇ। ਉਹ ਸਿੱਟ ਕਿੱਧਰ ਗਈ? ਕਿਉਂ ਨਹੀਂ ਉਹ ਰਿਪੋਰਟ ਦੇ ਰਹੀ? ਰੀਜ਼ਨ ਕੀ ਹੈ? ਸਿੱਟ ਬਣਾਉਣ ਦੀ ਕੀ ਲੋੜ ਹੈ? ਇਹ ਤੇ ਜਿਹੜਾ ਇੱਕ ਸਬ ਇੰਸਪੈਕਟਰ ਤੇ ਇੰਸਪੈਕਟਰ ਦੇ ਲੈਵਲ ਦਾ ਆਦਮੀ ਆ, ਉਹ ਇਹਨਾਂ ਕੰਪੀਟੈਂਟ ਹੈ ਵੀ ਉਹ ਕ੍ਰਾਈਮ ਨੂੰ ਲੱਭ ਕੇ ਉਹ 3 ਮਹੀਨਿਆਂ 'ਚ ਜਿਹੜਾ ਹੈ ਚਲਾਨ ਪੇਸ਼ ਕਰਦਾ। ਬਾਕੀ ਸਾਰੇ ਕਤਲ ਦੇ ਕੇਸ ਹੁੰਦੇ ਨੇ, ਕੰਪਲੀਕੇਟਡ ਕੇਸ ਹੁੰਦੇ। ਇਹ ਕਿਉਂ ਇਦਾਂ ਜਿਹੜੇ 5-7 ਸਾਲ ਲੱਗੇ ਨੇ? ਹੁਣ ਇਹ ਸਿੱਟ ਜਿਹੜੀ ਹੈ ਉਹਨੇ 7 ਮਹੀਨੇ ਲੈ ਲਏ। ਕਿਉਂ ਲੈ ਲਏ ਨੇ? ਲੋਕੀ ਕਿਹਦੇ ਤੇ ਦਬਾਰ ਕਰਨ? ਲੋਕੀ ਇਸ ਕਰਕੇ ਬੇਤਬਾਰੀ 'ਚ ਆ ਗਏ ਵੀ ਇਹ ਤਾਂ ਕਿਸੇ ਬੰਨੇ ਲੱਗਣ ਹੀ ਨਹੀਂ ਦਿੰਦੇ। ਜਿਹੜਾ ਸਿਸਟਮ ਆਉਂਦਾ ਹੈ, ਭਾਵੇਂ ਉਹ ਨੀਲੀਆਂ ਪੱਗਾਂ ਵਾਲਾ ਆਉਂਦਾ, ਭਾਵੇਂ ਚਿੱਟੀਆਂ ਪੱਗਾਂ ਆਉਂਦਾ, ਹੁਣ ਝਾੜੂ ਵਾਲਾ ਗਿਆ, ਉਹਨਾਂ ਦਾ ਗੱਲ ਉਹੀ ਹੈ ਜਿਹੜੀ ਵੀ ਨਹੀਂ ਇਨਸਾਫ ਦੇਣਾ। ਜੇ ਨਹੀਂ ਇਨਸਾਫ ਦਿੰਦੇ ਜਿਸ ਸਿਸਟਮ 'ਚ, ਉਹ ਲੋਕੀ ਕੀ ਕਰਨ? ਇਹ ਲੋਕੀ ਚੁੱਪ ਕਰ ਦੇਣ ਵੀ ਨਹੀਂ ਤੁਸੀਂ ਸਾਨੂੰ ਇਨਸਾਫ ਨਹੀਂ ਦਿੰਦੇ, ਕੋਈ ਨਹੀਂ, ਚਲੋ ਆਪਣਾ। ਹੁਣ ਇਸ ਤੋਂ ਵੱਡੀ ਇਸ ਮੁਲਕ ਦੀ ਬਦਕਿਸਮਤੀ ਕੀ ਹੋ ਗਈ? ਜਸਵੰਤ ਸਿੰਘ ਖਾਲੜਾ ਨੇ ਕਿਹੜਾ ਕ੍ਰਾਈਮ ਕੀਤਾ ਸੀ ਜੀ? ਕਿੱਡਾ ਵੱਡਾ ਉਹਨੇ ਹਿਊਮਨ ਰਾਈਟਸ ਦੇ ਤੌਰ ਤੇ ਇੰਟਰਨੈਸ਼ਨਲ ਲੈਵਲ ਤੇ ਉਹ ਫੇਮ ਹੋ ਗਿਆ। ਉਹਨੇ ਇੱਕੋ ਗੱਲ ਕੀਤੀ ਵੀ ਤੁਸੀਂ ਇਸ ਤਰ੍ਹਾਂ ਹਜ਼ਾਰਾਂ ਬੰਦੇ ਮਾਰ ਕੇ ਤੇ ਉਹਨਾਂ ਨੂੰ ਅਨਨੋਨ ਸ਼ੋਅ ਕਰਕੇ, ਜਦੋਂ ਕਿ ਉਹਨਾਂ ਦੇ ਘਰ ਵਾਸਤੇ ਸੀ, ਉਹਨਾਂ ਦੇ ਪਰਿਵਾਰ ਹੈਗੇ ਸੀ, ਤੁਸੀਂ ਜਾ ਕੇ ਜਿਸ ਮਰਜ਼ੀ ਸ਼ਮਸ਼ਾਨ ਘਾਟ 'ਚ ਲੈ ਗਏ ਤੇ ਉੱਥੇ ਜਾ ਕੇ ਸਰਕਾਰੀ ਤੌਰ ਤੇ ਉਹਦਾ ਜਿਹੜਾ ਸੰਸਕਾਰ ਕਰ ਦਿੱਤਾ। ਇਹ ਕਿਹੜੇ ਕਾਨੂੰਨ ਦੀ ਗੱਲ ਹੈ? ਉਹਨੇ ਇਹੋ ਰਿਪੋਰਟ ਕੀਤੀ ਸੀ ਨਾ, ਉਹਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ। ਉਹਦੀ ਕੀ ਦਸ਼ਾ ਹੋਈ? ਉਹਦੀ ਦਸ਼ਾ ਇਹ ਹੋਈ ਵੀ ਉਹਨੂੰ ਫੜ ਕੇ ਗਿੱਲ ਦੇ ਵੇਲੇ ਗਿੱਲ ਨੇ ਇਹ ਕਿਹਾ ਵੀ ਤੂੰ ਇਹ ਬੰਦ ਕਰ ਦੇ, ਜੇ ਨਹੀਂ ਬੰਦ ਕਰਦੇ ਤੇ ਤੇਰਾ ਵੀ ਉਹੀ ਹਾਲ ਹੋਊ ਜਿਹੜਾ ਤੂੰ ਜਿਨ੍ਹਾਂ ਦੀ ਰਿਪੋਰਟ ਕਰਦੇ ਇੰਨੇ ਹਜ਼ਾਰ ਮਾਰੇ ਗਏ ਨੇ। ਉਹਦਾ ਕੀਤਾ ਗਿਆ, ਉਹਦਾ ਕੀ ਇਨਸਾਫ ਮਿਲਿਆ? ਜਦੋਂ ਬਾਦਲ ਦੀ ਸਰਕਾਰ ਆਈ, ਜਸਵੰਤ ਸਿੰਘ ਖਾਲੜਾ ਨੂੰ ਮਾਰਨ ਤੋਂ ਬਾਅਦ, ਉਹਦੀ ਘਰ ਵਾਲੀ ਉਹਦੇ ਕੋਲ ਗਈ ਹੈ, ਉਹ ਡੈਪੂਟੇਸ਼ਨ ਲੈ ਕੇ ਗਈ ਹੈ ਵੀ ਬੰਦਾ ਮਾਰਿਆ ਇਹਨਾਂ ਨੇ, ਇਹਨਾਂ ਨੂੰ ਸਜ਼ਾ ਦਿਓ। ਬਾਦਲ ਦਾ ਕੀ ਜਵਾਬ ਸੀ? ਬਾਦਲ ਦਾ ਬੀਬੀ ਸਾਡੇ ਪੁਰਾਣੀਆਂ ਗੱਲਾਂ ਨੇ, ਇਹਨਾਂ ਨੂੰ ਕਾਹਨੂੰ ਹੁਣ ਚੁੱਕਦੇ ਆ, ਹੋਰ ਤੁਸੀਂ ਦੱਸੋ, ਮੈਂ ਤੁਹਾਨੂੰ ਕੋਈ ਅਹੁਦਾ ਦੇ ਦੇਣਾ।
ਹੁਣ ਅਹੁਦਾ ਤੇ ਦੇ ਸਕਦਾ, ਲੇਕਿਨ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਸਜ਼ਾ ਦੇਣ ਨੂੰ ਤਿਆਰ ਨਹੀਂ। ਉਸ ਪਰਿਵਾਰ ਨੂੰ ਕੀ ਹੋਣਾ ਪਿਆ? ਉਸ ਪਰਿਵਾਰ ਨੂੰ ਪਹਿਲੇ ਇੱਥੇ ਚਾਰਾਜੋਰੀ ਕਰਨੀ ਪਈ, ਫਿਰ ਹਾਈ ਕੋਰਟ ਕਰਨੀ, ਹਾਈ ਕੋਰਟ 'ਚ ਕੋਈ ਸੁਣਨਾ ਬਣਿਆ, ਫਿਰ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ CBI ਨੂੰ, ਉਹਨਾਂ ਨੇ ਇਨਕੁਆਇਰੀ ਕੀਤੀ, ਬੰਦੇ ਪਤਾ ਲੱਗ ਗਿਆ ਵੀ ਕਿਹਨਾਂ ਨੇ ਕਤਲ ਕੀਤਾ, ਉਹਨਾਂ ਨੂੰ ਸਜ਼ਾ ਵੀ ਹੋ ਗਈ। ਸਜ਼ਾ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੀ ਛੱਡ ਦਿੱਤਾ ਗਿਆ। ਕਿੱਥੇ ਜਾਣ ਲੋਕ? ਕਿਹਦੇ ਕੋਲ ਫਰਿਆਦ ਕਰਨ? ਜਦੋਂ ਸਿਸਟਮ ਇਸ ਤਰ੍ਹਾਂ ਦਾ ਹੈਗਾ ਵੀ ਇੱਕ ਸਿਸਟਮ ਦੇ ਵਿੱਚ ਆਣ ਕੇ ਉਹਨਾਂ ਲੋਕਾਂ ਨੂੰ ਨਹੀਂ ਇਨਸਾਫ ਦੇਣਾ ਜਿਨ੍ਹਾਂ ਦੇ ਬੰਦੇ ਪੁਲਿਸ ਨੇ ਮਾਰੇ ਨੇ, ਤੇ ਫਿਰ ਲੋਕ ਕੀ ਕਰਨ ਜੀ? ਚਲੋ ਇੱਕ ਹੋਰ ਮੈਂ ਛੋਟਾ ਜਿਹਾ ਵਕਫਾ ਲਊਂਗਾ। ਮੈਂ ਚਾਹਲ ਸਾਹਿਬ ਨੂੰ ਰੋਕਣਾ ਨਹੀਂ ਚਾਹੁੰਦਾਗਾ, ਕਿਉਂਕਿ ਚਾਹਲ ਸਾਹਿਬ ਕੋਲੇ ਬਹੁਤ ਤੱਥ ਤੇ ਬੜੇ ਇਹ ਸੰਜੀਦਾ ਮੁੱਦੇ ਹੈਗੇ ਜਿਹੜੇ ਤੁਹਾਨੂੰ ਸਮਝਣੇ ਪੈਣਗੇ। ਪਰ ਨਾਲ ਇਹ ਮੰਚ ਤੁਹਾਨੂੰ ਅਪੀਲ ਵੀ ਕਰਦਾ ਕਿ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਚਾਹਲ ਸਾਹਿਬ, ਅਸੀਂ ਲੋਕਾਂ ਨੂੰ ਇਹ ਕਿਵੇਂ ਸਮਝਾਈਏ ਕਿ ਸਾਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ? ਨਹੀਂ, ਕਾਨੂੰਨ ਬਿਲਕੁਲ ਨਹੀਂ ਹੱਥਾਂ 'ਚ ਲੈਣਾ ਚਾਹੀਦਾ, ਲੇਕਿਨ ਜਿਨ੍ਹਾਂ ਦਾ ਤੁਸੀਂ ਕਾਨੂੰਨ ਦੇ ਤੌਰ ਤੇ ਉਹਨਾਂ ਨਾਲ ਗੈਰ ਕਾਨੂੰਨੀ ਕਰ ਰਹੇ ਉਹ ਕੀ ਕਰਨ? ਤੁਹਾਡੀਆਂ ਅਦਾਲਤਾਂ ਨਹੀਂ ਸਮਝਣ ਨੂੰ ਤਿਆਰ, ਤੁਹਾਡੇ ਪੋਲੀਟੀਕਲ ਸਿਸਟਮ ਨੂੰ ਤੁਹਾਡਾ ਜਿਹੜਾ ਹੈ ਤੁਹਾਡੇ ਨਾਲ ਚੱਲਣ ਨੂੰ ਤਿਆਰ ਨਹੀਂ, ਤੁਹਾਡੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਤੁਹਾਡੇ ਨਾਲ ਚੱਲਣ, ਉਹ ਲੋਕ ਕਿੱਥੇ ਜਾਣ, ਕੀ ਕਰਨ? ਨਹੀਂ, ਪੰਜਾਬ ਨੂੰ ਫਿਰ ਆਪਾਂ ਅੱਗ ਲੱਗਦੀ ਦੇਖਣ ਨਹੀਂ, ਅੱਗ ਤੇ ਕੌਣ ਲਾ ਰਿਹਾ ਹੈ ਇਹ ਤਾਂ ਆਪਾਂ ਪਹਿਲੇ ਗੱਲ ਕਰ ਚੁੱਕੇ। ਅੱਗ ਕੌਣ ਲਾ ਰਿਹਾ ਉਹਦਾ ਆਪਾਂ ਨਤੀਜਾ ਕੱਢ ਲਈਏ। ਸਾਡਾ ਪੋਲੀਟੀਕਲ ਸਿਸਟਮ ਜਿਹੜਾ ਹੈ ਉਹ ਅੱਗ ਲਾ ਰਿਹਾ ਹੈ। ਜੇ ਪੋਲੀਟੀਕਲ ਸਿਸਟਮ ਨਹੀਂ ਠੀਕ ਹੈਗਾ, ਪੋਲੀਟੀਕਲ ਆਦਮੀ ਇਹ ਕਹਿਣ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਬੇਅਦਬੀ ਨਹੀਂ ਹੋਣ ਦੇਣੀ, ਅਸੀਂ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਕਰਦਾ ਹੈ ਉਹਨੂੰ ਸਜ਼ਾ ਦੇਣੀ। ਤੁਹਾਨੂੰ ਲੱਗਦਾ ਕਿ ਕਈ ਲੋਕ ਇਹਨੂੰ ਟੂਲ ਬਣਾ ਕੇ ਵੀ ਵਰਤ ਰਹੇ ਆ? ਜੇ ਬੇਅਦਬੀ ਦਾ ਕੇਸ ਬਰਗਾੜੀ ਵਾਲਾ ਹੱਲ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਬੇਅਦਬੀਆਂ ਦੇ ਕੇਸ ਸਾਡੇ ਕੋਲ ਕਿੰਨੇ ਹੀ ਆ ਗਏ ਆ। ਜੇ ਇੱਕ ਟਾਰਗੇਟ ਕਿਲਿੰਗ ਦਾ ਮਸਲਾ ਹੱਲ ਨਹੀਂ ਹੋਇਆ ਤਾਂ ਸਾਡੇ ਕੋਲ ਟਾਰਗੇਟ ਕਿਲਿੰਗ ਦੇ ਮਸਲੇ ਕਈ ਆ ਗਏ। ਜੇ ਇੱਕ ਮਰਡਰ ਹੋਇਆ ਦਿਨ ਦਿਹਾੜੇ ਸਾਡੇ ਕੋਲ ਦਿਨ ਦਿਹਾੜੇ ਹੋਰ ਮਰਡਰ ਦੇ ਕੇਸ ਆ ਗਏ। ਤਾਂ ਲੱਗਦਾ ਕਿ ਕੋਈ ਸ਼ਰਾਰਤੀ ਅੰਸਰ ਹੈ ਜਿਹੜੇ ਇਹਨੂੰ ਟੂਲ ਬਣਾ ਕੇ ਵਰਤ ਰਹੇ? ਨਹੀਂ, ਸ਼ਰਾਰਤੀ ਅੰਸਰ ਕੋਈ ਵੀ ਨਹੀਂ ਹੈਗਾ। ਸ਼ਰਾਰਤੀ ਅੰਸਰ ਤੁਸੀਂ ਕਹੋ ਸਟੇਟ ਹੈਗੀ ਆ। ਸਟੇਟ ਦੀ ਫੰਡਾਮੈਂਟਲ ਡਿਊਟੀ ਹੈ ਵੀ ਜਿੱਥੇ ਕ੍ਰਾਈਮ ਹੋਇਆ ਉਹਨੂੰ ਸਜ਼ਾ ਦਿੱਤੀ ਜਾਵੇ। ਨਹੀਂ, ਤੁਸੀਂ ਇਹ ਕਹਿਣਾ ਚਾਹੁੰਦੇ ਸਟੇਟ ਚਾਹੁੰਦੀ ਹੈ ਕਿ ਡਿਸਟਰਬ ਹੋਵੇ ਪੰਜਾਬ? ਨਹੀਂ, ਸਟੇਟ ਜੇ ਚਾਹੁੰਦੀ ਨਹੀਂ ਤਾਂ ਹੋ ਰਿਹਾ ਹੈ। ਜੇ ਸਟੇਟ ਅਮਨ ਜਿਹੜੀ ਕਾਨੂੰਨੀ ਦੇ ਤੌਰ ਤੇ ਲੋਕਾਂ ਨੂੰ ਇਨਸਾਫ ਨਹੀਂ ਦਿੰਦੀ ਤੇ ਤਾਂ ਹੋਣਾ ਹੀ ਆ। ਜੇ ਹੁਣ ਹਰ ਕੋਈ ਇਹ ਸਿੱਖ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਮੇਰਾ ਮਾਤਾ ਹੈ, ਮੇਰਾ ਪਿਤਾ ਹੈ, ਮੈਨੂੰ ਇਸ ਤੋਂ ਚੰਗਾ ਹੋਰ ਕੋਈ ਗੁਰੂ ਨਹੀਂ ਮਿਲ ਸਕਦਾ। ਗੁਰੂ ਦੀ ਬੇਅਦਬੀ ਕਰਨੀ ਜਿਹੜੀ ਹੈ ਸਭ ਤੋਂ ਵੱਡਾ ਪਾਪ ਹੈ। ਜੇ ਸਿੱਖ ਦੇ ਸਾਹਮਣੇ ਗੁਰੂ ਦੀ ਬੇਅਦਬੀ ਹੁੰਦੀ ਹੈ ਤਾਂ ਉਹ ਸਿੱਖ ਜਿਹੜਾ ਹੈ ਉਹਨੂੰ ਜਿਹੜਾ ਹੈ ਉਹ ਗੁਰੂ ਦੀ ਬੇਅਦਬੀ ਜਿਹਨੇ ਕੀਤੀ ਹੈ ਉਹਨੂੰ ਜਿਹੜਾ ਕਾਨੂੰਨੀ ਤੌਰ ਤੇ ਸੋਧਾ ਲਾਉਣਾ ਚਾਹੀਦਾ, ਜਿਹੜਾ ਸਾਡੇ ਲੈਂਗੁਏਜ ਸ਼ਬਦ ਹੈ। ਹੁਣ ਜੇ ਸਰਕਾਰ ਉਹਨਾਂ ਨੂੰ ਸਜ਼ਾ ਨਹੀਂ ਦਿੰਦੀ ਕੀ ਕਰਨ ਲੋਕ? ਤੁਸੀਂ ਆਪ ਹੀ ਦੱਸੋ। ਲੋਕਾਂ ਨੇ ਜਿੱਥੇ ਵੀ ਗੈਰ ਕਾਨੂੰਨੀ ਸਰਕਾਰ ਕਰੇਗੀ ਉੱਥੇ ਲੋਕਾਂ ਨੇ ਕਾਨੂੰਨ ਆਪਣੇ ਹੱਥ 'ਚ ਲੈਣਾ ਹੀ ਲੈਣਾ, ਕਿਉਂਕਿ ਸਰਕਾਰ ਗੈਰ ਕਾਨੂੰਨੀ ਕਰ ਰਹੀ ਹੈ ਤੇ ਉਹਨਾਂ ਨੂੰ ਕਾਨੂੰਨ ਜਿਹੜਾ ਮਾਨਤਾ ਆਪਣੇ ਕਾਨੂੰਨ ਨਹੀਂ ਮਾਨਤਾ ਦਿੰਦੀ ਤੇ ਫਿਰ ਉਹ ਲੋਕ ਕੀ ਇਹੋ ਹੀ ਕਰਨਗੇ? ਹੁਣ ਨਹੀਂ, ਜੇ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੁੰਦੀ ਤਾਂ ਫਿਰ ਵੀ ਤੁਸੀਂ ਇਸੇ ਜਿਹੜਾ ਮੋਡਿਊਲ ਹੁਣ ਚੱਲਦਾ ਪਿਆ ਤੁਸੀਂ ਉਸ ਨੂੰ ਪ੍ਰਭਾਸ਼ਿਤ ਕਰਨਾ ਚਾਹ ਰਹੇ ਹੋ? ਨਹੀਂ, ਉਸ ਨੂੰ ਪ੍ਰਭਾਵਿਤ ਨਹੀਂ ਕਰਦਾ। ਜਿਹੜੇ ਬੰਦੀ ਸਿੰਘਾਂ ਦੀ ਗੱਲ ਹੈ ਨਾ ਉਹ ਨਹੀਂ ਛੱਡ ਰਹੀ ਤੇ ਪੰਜਾਬ ਦੇ ਵਿੱਚ ਅਮਨ ਕਿੱਥੋਂ ਆ ਜਾਊਗਾ? ਰੋਜ਼ ਤੇ ਐਜੀਟੇਸ਼ਨ ਹੋ ਰਹੇ ਨੇ। ਜੇ ਉਹ ਰਿਹਾ ਹੋ ਜਾਣਗੇ ਫਿਰ ਅਮਨ ਆ ਜਾਊਗਾ? ਆਊਗਾ, ਜ਼ਰੂਰ ਆਏਗਾ। ਜਿਹੜਾ ਬਰਗਾੜੀ ਮੋਰਚਾ ਲੱਗਾ ਉਹ ਬੰਦ ਹੋ ਜਾਏਗਾ, ਜਿਹੜਾ ਸਰਾਭਾ ਮੋਰਚਾ ਲੱਗਾ ਉਹ ਬੰਦ ਹੋ ਜਾਏਗਾ, ਜਿਹੜਾ ਰੋਜ਼ ਮੀਟਿੰਗਾਂ ਹੋ ਰਹੀਆਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਅੱਜ ਕਰਨਾ ਉਹ ਬੰਦ ਹੋ ਜਾਏਗਾ। ਹੁਣ ਕਿਸਾਨਾਂ ਦਾ ਮੋਰਚਾ ਲੈ ਲਓ, ਕਿਸਾਨਾਂ ਦਾ ਮੋਰਚਾ ਕਿਉਂ ਬੰਦ ਹੋ ਗਿਆ? ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਨੇ, ਠੀਕ ਹੈ ਨਾ ਜੀ। ਜਿਹੜੇ ਗੈਰ ਕਾਨੂੰਨੀ ਉਹਨਾਂ ਨੇ ਕਾਨੂੰਨ ਪਾਸ ਕੀਤੇ ਸੀ ਉਹ ਵਾਪਸ ਲੈ ਲਏ, ਮੋਰਚਾ ਬੰਦ ਹੋ ਗਿਆ। ਇਸੇ ਤਰ੍ਹਾਂ ਜਿਹੜੇ ਵੀ ਮੁੱਦੇ ਹੈਗੇ ਨੇ ਕਾਨੂੰਨੀ ਤੌਰ ਤੇ ਕਰਨ ਵਾਲੇ ਸਰਕਾਰ ਦੀ ਜਿਹੜੀ ਡਿਊਟੀ ਆ ਉਹ ਸਰਕਾਰ ਕਰਦੇ, ਪੰਜਾਬ ਦੇ ਵਿੱਚ ਅਮਨ ਹੋ ਜਾਏਗਾ। ਹੁਣ ਤੁਸੀਂ ਇਹ ਜਿਹੜਾ ਆਪਾਂ ਇਸ ਗੱਲ ਨੂੰ ਕਿੱਦਾਂ ਚੈਂਪੀਅਨ ਕਰਦੇ ਵੀ ਪੰਜਾਬ ਦੀਆਂ ਜੇਲ੍ਹਾਂ 'ਚ 65% ਜਿਹੜੇ ਕੈਦੀ ਨੇ ਉਹ ਨਸ਼ਾ ਲੈ ਰਹੇ ਨੇ, ਉਹਨਾਂ ਨੂੰ ਕੌਣ ਸਪਲਾਈ ਕਰਦਾ ਜੀ? ਜੇ ਸਰਕਾਰ ਦੀ ਜੇਲ੍ਹ ਹੈਗੀ ਆ ਉਹਦੇ 'ਚ ਨਸ਼ਾ 65% ਲੋਕੀ ਖਾ ਰਹੇ ਨੇ, ਉਹ ਕੌਣ ਸਪਲਾਈ ਕਰਦਾ? ਸਰਕਾਰ ਦੀ ਫੇਲਿਓਰ ਨਹੀਂ, ਸਰਕਾਰ ਦੀ ਕੁਤਾਹੀ ਨਹੀਂ ਹੈਗੀ। ਤੇ ਜਿਨ੍ਹਾਂ ਦੇ ਬੰਦੇ ਤੁਸੀਂ ਸੁਧਾਰ ਲਈ ਜੇਲ੍ਹਾਂ 'ਚ ਡੱਕੇ ਨੇ ਉਹਨਾਂ ਨੂੰ ਤੁਸੀਂ ਨਿਕੰਮੇ ਕਰਕੇ ਭੇਜੋ ਵੀ ਉਹ ਡਰੱਗ ਲੈਣ ਦੇ ਨਾਤੇ ਜਦੋਂ ਬਾਹਰ ਆਉਣਗੇ ਉਹ ਡਰੱਗ ਦੇ ਆਣ ਕੇ ਚੋਰੀਆਂ ਕਰਨਗੇ, ਘਰ ਦਾ ਨੁਕਸਾਨ ਕਰਨਗੇ, ਮਾਂ ਨੂੰ ਮਾਰ ਦੇਣਗੇ, ਪਿਓ ਨੂੰ ਮਾਰ ਦੇਣਗੇ, ਪੈਸੇ ਨਹੀਂ ਦੇਣਗੇ ਤੇ ਉਹ ਲਾਅ ਐਂਡ ਆਰਡਰ ਤਾਂ ਆਪੇ ਗੜਬੜ ਹੋ ਗਈ।
ਤੇ ਸਟੇਟ ਨੇ ਕਰਵਾਇਆ, ਮੈਂ ਤੇ ਨਹੀਂ ਕਰਾਇਆ, ਨਾ ਤੁਸੀਂ ਕਰਾਇਆ, ਨਾ ਹੋਰ ਕਿਸੇ ਨੇ ਕਰਾਇਆ। ਹੁਣ ਇਹ ਸਟੇਟ ਕਹਿੰਦੀ ਹੈ, ਸਾਰੇ ਗੱਲਾਂ ਕਹਿੰਦੇ ਨੇ ਵੀ ਅਸੀਂ ਨਸ਼ਾ 7 ਦਿਨਾਂ 'ਚ, ਅਸੀਂ ਇੰਨੇ ਦਿਨਾਂ 'ਚ ਬੰਦ ਕਰਦੇ, ਕਿਉਂ ਨਹੀਂ ਬੰਦ ਹੋ ਰਿਹਾ? ਕੌਣ ਇਹਦੇ ਜ਼ਿੰਮੇਵਾਰ? ਮੈਂ ਤੇ ਨਹੀਂ, ਤੁਸੀਂ ਨਹੀਂ, ਕਾਮਨ ਮੈਨ ਨਹੀਂ ਹੈਗਾ। ਜਿਹਦੇ ਬੱਚੇ ਨਸ਼ਾ ਖਾ ਕੇ ਮਾਰ ਰਹੇ ਨੇ, ਉਹਨਾਂ ਬੱਚਿਆਂ ਦੇ ਪਰਿਵਾਰਾਂ ਦੇ ਘਰਾਂ ਦਾ ਕੀ ਹਾਲ ਹੈ? ਉਹਨਾਂ ਦੇ ਮਾਤਾ ਪਿਤਾ ਲਈ ਕੁਛ ਵੀ ਨਹੀਂ ਰਹਿ ਗਿਆ, ਨਾ ਉਹਨਾਂ ਦਾ ਪੁੱਤ ਰਹਿ ਗਿਆ, ਨਾ ਉਹਨਾਂ ਦੀ ਨੂੰਹ ਰਹਿ ਗਈ, ਨਾ ਉਹਨਾਂ ਦਾ ਪੋਤਰਾ ਹੋ ਗਿਆ, ਨਾ ਉਹਨਾਂ ਦੀ ਪੋਤਰੀ ਰਹਿ ਗਈ, ਨਾ ਉਹਨਾਂ ਦੀ ਜਿਹੜੀ ਬੁਢੇਪੇ ਵੇਲੇ ਉਹਨਾਂ ਨੂੰ ਕੋਈ ਸਪੋਰਟ ਰਹਿ ਗਈ। ਉਹ ਤਾਂ ਇਸ ਤਰ੍ਹਾਂ ਬੁਰੀ ਹਾਲਤ 'ਚ ਉਹਨਾਂ ਨੂੰ ਸਮਾਜੀ ਤੌਰ 'ਤੇ ਮਾਰ ਦਿੱਤਾ ਗਿਆ ਵੀ ਉਹ ਜੀਵਤ ਹੀ ਮਰੇ ਨੇ। ਇਹ ਸਾਰੀ ਦੀਆਂ ਸਾਰੀਆਂ ਜਿਹੜੀਆਂ ਨੇ ਦੇਣਾ ਸਾਨੂੰ ਸਟੇਟ ਦੀਆਂ ਨੇ। ਇਹ ਬਾਦਲ ਦੀ ਦੇਣ ਹੈ, ਇਹ ਰਾਜੇ ਦੀ ਦੇਣ ਹੈ, ਇਹ ਭਗਵੰਤ ਮਾਨ ਦੀ ਦੇਣ ਹੈ। ਇਹ ਸਟੇਟ ਦੀ ਡਿਊਟੀ ਜਿਹੜੀ ਉਹ ਮੈਂ ਨਹੀਂ ਕਰ ਸਕਦਾ, ਤੁਸੀਂ ਨਹੀਂ ਕਰ ਸਕਦੇ। ਹੁਣ ਮੇਰੇ ਕੋਲ ਕਿਹੜੀ ਫੋਰਸ ਹੈ, ਤੁਹਾਡੇ ਕੋਲ ਕਿਹੜੀ ਫੋਰਸ ਹੈ ਵੀ ਅਸੀਂ ਜਿਹੜਾ ਚਿੱਟਾ ਵੇਚਦੇ ਨੇ, ਚਾਹੇ ਡਰੱਗ ਵੇਚਦੇ ਨੇ, ਉਹਨਾਂ ਨੂੰ ਮੈਂ ਫੜ ਕੇ ਸਟੇਟ ਨੂੰ ਦੇਵਾਂ? ਕਿਸੇ ਫੜ ਕੇ ਦਿੱਤਾ ਹੀ ਆ, ਲੇਕਿਨ ਜਿਨ੍ਹਾਂ ਨੇ ਫੜ ਕੇ ਦਿੱਤਾ ਉਹਨਾਂ ਨੂੰ ਮਰਵਾ ਦਿੱਤਾ। ਤੇ ਫਿਰ ਮੁੰਡੇ ਕੁੜੀਆਂ ਤਾਂ ਆਮ ਘਰਾਂ ਦੇ ਮਰਦੇ ਪਏ ਨਾ ਸਰ। ਤੇ ਫਿਰ ਉਹ ਮਰਦੇ ਨੇ, ਉਹ ਕੌਣ ਮਰਵਾਉਂਦਾ ਨੇ? ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਜਿਹੜੇ ਬੰਦੇ ਡਰੱਗ 'ਚ ਆਣ ਕੇ ਮਰ ਦਿੰਦੇ ਨੇ, ਉਹ ਕਿਉਂ ਮਰ ਰਹੇ ਨੇ? ਕਿਉਂਕਿ ਸਰਕਾਰ ਫੇਲ ਹੋ ਚੁੱਕੀ ਹੈ। ਸਰਕਾਰ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਜਗ੍ਹਾ ਉਹ ਆਪਣੇ ਬੰਦੇ ਜਿਹੜੇ ਉਹ ਆਪਣੇ ਸਰ ਡਰੱਗ 'ਚ ਵੀ ਮਰਦੇ ਪਏ ਆ, ਜਿਹੜਾ ਗੈਂਗਸਟਰਵਾਦ ਆ ਉਹਦੇ ਵਿੱਚ ਵੀ ਮਰਦੇ ਪਏ ਆ, ਜਿਹੜੀ ਕਤਲੋਗਾਰਤ ਹੋ ਰਹੀ ਹੈ, ਜਿਹੜੇ ਸਾਡੇ ਇੱਥੇ ਕ੍ਰਾਈਮ ਹੋ ਰਹੇ ਆ, ਉਹਨਾਂ ਵਿੱਚ ਵੀ ਆਮ ਘਰਾਂ ਦੇ ਮੁੰਡੇ ਮਰਦੇ ਪਏ। ਹਾਂ ਬਿਲਕੁਲ ਠੀਕ ਹੈ। ਹੁਣ ਪਹਿਲੇ ਇਹਨਾਂ ਨੇ ਅੱਤਵਾਦੀ ਕਹਿ ਕੇ ਮਾਰੇ ਜੀ, ਫਿਰ ਇਹਨਾਂ ਨੇ ਜਿਹੜੇ ਕਲਚਰਲ ਸਿਸਟਮ 'ਚ ਮਾਰੇ ਵੀ ਲੋਕਾਂ ਨੂੰ ਜਿਹੜਾ ਹੈ ਇਹ ਬਿਲਕੁਲ ਨਾਰਮਲ ਜ਼ਿੰਦਗੀ ਤੋਂ ਬਾਹਰ ਲਾ ਦਿਓ, ਉਹਨਾਂ ਨੂੰ ਗੰਦੇ ਗੀਤ ਸੁਣਾ ਕੇ, ਉਹਨਾਂ ਨੂੰ ਹੋਰ ਗੰਦੇ ਫੰਕਸ਼ਨ ਕਰਕੇ, ਉਸ ਤੋਂ ਬਾਅਦ ਫਿਰ ਇਹਨਾਂ ਨੇ ਚਿੱਟਾ ਦੇ ਕੇ ਮਾਰਨੇ ਸ਼ੁਰੂ ਕਰ ਦਿੱਤੇ। ਹੁਣ ਗੈਂਗਸਟਰ ਤੌਰ ਜਿਹੜੇ ਗੈਂਗਸਟਰ ਮੁੰਡੇ ਮਾਰ ਰਹੇ ਨੇ, ਇਹ ਨਾ ਤਾਂ ਇਹਨਾਂ ਦਾ ਆਪਣਾ ਹੀ ਕੋਇਨ ਕੀਤਾ ਨਾ, ਸਰਕਾਰ ਦੀ। ਪਹਿਲੇ ਅੱਤਵਾਦੀ ਕਹਿੰਦੇ ਸੀ, ਫਿਰ ਹੁਣ ਇਹਨਾਂ ਨੂੰ ਗੈਂਗਸਟਰ ਕਹਿ ਦਿੱਤਾ। ਹੁਣ ਇਹ ਗੈਂਗਸਟਰ ਕਿਉਂ ਬਣੇ ਨੇ? ਇਹ ਤਾਂ ਕੋਈ ਸਮਝਣ ਨੂੰ ਤਿਆਰ ਹੀ ਨਹੀਂ ਵੀ ਇਹ ਸਰਕਾਰ ਦੀ ਦੇਣ ਆ। ਜੇ ਉਹਨਾਂ ਨੂੰ ਕੰਮ ਮਿਲੇ, ਜਿਹੜਾ ਗੈਂਗਸਟਰ ਵਾਲਾ ਸ਼ਬਦ ਹੈ ਉਹ ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਨੇ ਦਿੱਤਾ ਹੈ, ਐਬਸੋਲੂਟਲੀ ਸਿਸਟਮ ਦੀ ਨਾਕਾਮੀ ਕਰਕੇ, ਬੇਰੁਜ਼ਗਾਰੀ ਸੀ, ਤੁਸੀਂ ਇਹ ਗੱਲਾਂ ਕਹਿ ਰਹੇ ਹੋ। ਮੇਰਾ ਸਵਾਲ ਹੈ, ਜਦੋਂ ਤੁਸੀਂ ਇਹਨਾਂ ਦੇ ਕੇਸ ਫੜਨੇ ਸ਼ੁਰੂ ਕੀਤੇ ਸੀਗੇ, ਜਿਨ੍ਹਾਂ ਨੂੰ ਸਰਕਾਰ ਦਹਿਸ਼ਤਗਰਦ ਕਹਿੰਦੀ ਸੀ, ਅੱਤਵਾਦੀ ਕਹਿੰਦੀ ਸੀ, ਤੇ ਤੁਸੀਂ ਉਹਨਾਂ ਨੂੰ ਖਾੜਕੂ ਕਹਿੰਦੇ ਸੀਗੇ, ਉਹਨਾਂ ਦੇ ਕੇਸਸ ਤੁਹਾਡੇ ਕੋਲੇ ਜ਼ਿਆਦਾ ਕਿਉਂ ਆਏ? ਜ਼ਿਆਦਾ ਇਸ ਕਰਕੇ ਹੈ ਜੀ, ਉਹਦਾ ਕਾਰਨ ਇੱਕੋ ਸੀ ਵੀ ਅਸੀਂ ਖੁਦ ਹੀ ਉਹਨਾਂ ਦੇ ਨਾਲ ਪੈਰਵੀ ਕਰਨ ਦੀ ਨਾਲ ਸਹਾਰਨਾ ਦਿੰਦੀ ਸੀ। ਉਹਨਾਂ ਦਿਨਾਂ 'ਚ ਦਹਿਸ਼ਤ ਇੰਨੀ ਸੀ ਵੀ ਕੋਈ ਵਕੀਲ ਵੀ ਬਣਨ ਨੂੰ ਤਿਆਰ ਨਹੀਂ ਸੀ, ਕਿਉਂਕਿ ਸਰਕਾਰ ਇਹ ਪ੍ਰਚਾਰ ਕਰਦੀ ਸੀ ਵੀ ਇਹ ਜੀ ਅੱਤਵਾਦੀਆਂ ਦੀ ਮਦਦ ਕਰਦੇ ਨੇ, ਇਹ ਤਾਂ ਅੱਤਵਾਦੀਆਂ ਨੂੰ ਬੜਾਵਾ ਦਿੰਦੇ ਨੇ, ਅੱਤਵਾਦ ਨੂੰ ਬੜਾਵਾ ਦਿੰਦੇ ਨੇ। ਇਸ ਕਰਕੇ ਲੋਕ ਡਰਦੇ ਸੀ ਨਾ। ਉਹ ਜਿਹੜੇ ਅੱਤਵਾਦ 'ਚ ਜਿਨ੍ਹਾਂ ਨੂੰ ਬੜਾਵਾ ਦੇਣ ਦੀ ਗੱਲ ਕਰਦੇ ਸੀ, ਉਹ ਪਰਿਵਾਰ ਇੰਨੇ ਸਧਾਰਨ ਸਾਨੂੰ ਪੈਸੇ ਨਹੀਂ ਸੀ ਦੇ ਸਕਦੇ, ਖਰਚਾ ਨਹੀਂ ਸੀ ਕਰ ਸਕਦੇ। ਜੇ ਉਹਨਾਂ ਦੀ ਪੁਲਿਸ, ਜੇ ਉਹਨਾਂ ਦੀ ਪੈਰਵੀ ਕਰਦੇ ਸੀ ਉਹਨਾਂ ਦੇ ਆਪਣੇ ਪਰਿਵਾਰ, ਪੁਲਿਸ ਉਹਨਾਂ ਦੇ ਮਗਰ ਪੈ ਜਾਂਦੀ ਸੀ, ਸਾਰੇ ਦਾ ਸਾਰਾ ਪਰਿਵਾਰ ਬਰਬਾਦ ਕਰੀ ਜਾਂਦੇ ਸੀ। ਸਿਸਟਮ ਦੇ ਵਿੱਚ ਕੋਈ ਉਹਨਾਂ ਨੂੰ ਹੱਥ ਪਾਉਣ ਨੂੰ ਤਿਆਰ ਨਹੀਂ ਸੀ, ਉਹਨਾਂ ਨੂੰ ਮਦਦ ਦੇਣ ਨੂੰ ਤਿਆਰ ਨਹੀਂ ਸੀ। ਸਿਰਫ ਉਹੀ ਲੋਕ ਮਦਦ ਦੇ ਅੱਗੇ ਹੈ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ। ਇਹ ਵੇਖਿਆ ਵੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ, ਤੇ ਇਸ ਨਿਸ਼ਕਾਮ ਸੇਵਾ ਦਾ ਫਲ ਕੀ ਨਿਕਲਿਆ? 5 ਵਕੀਲ ਚੌਕੇ ਮਾਰ ਦਿੱਤੇ ਗਿੱਲ ਸਾਹਿਬ ਬਹਾਦਰ ਦੇ ਮੌਕੇ ਤੇ। ਤੁਹਾਡੇ ਜਿਹੜੇ 2-3 ਜਿਹੜੇ ਉਹ ਸੀ ਇਹ ਪੱਤਰਕਾਰ ਮਾਰ ਦਿੱਤੇ ਗਏ, ਜਿਹੜੇ ਇਸ ਗੱਲ ਤੇ ਆਵਾਜ਼ ਉਠਾਉਂਦੇ ਸੀ ਵੀ ਤੁਸੀਂ ਬੰਦੇ ਫੜ ਕੇ ਮਾਰੀ ਜਾਂਦੇ, ਗਲਤ ਕਿਉਂ ਮਾਰੀ ਜਾਂਦੇ? ਉਹਨਾਂ ਦਾ ਕੋਈ ਨਾਮੋ ਨਿਸ਼ਾਨ ਮਿਟਾ ਦਿੱਤਾ। ਹੁਣ ਕੁਲਵੰਤ ਸਿੰਘ ਐਡਵੋਕੇਟ ਸੀ, ਰੋਪੜੋਂ ਰਹਿੰਦਾ ਸੀ, ਉਹ ਵਿਆਹਿਆ ਸੀ, ਇੱਕ ਉਹਦਾ ਬੱਚਾ ਸੀ ਛੋਟਾ ਜਿਹਾ, 2.5 ਸਾਲ ਦਾ, 2 ਸਾਲ ਦੇ ਲਗਭਗ। ਕੁਲਵੰਤ ਸਿੰਘ ਤੇ ਟੈਰੋਰਿਸਟ ਹੋ ਸਕਦਾ ਇਸ ਕਰਕੇ ਵੀ ਉਹ ਟੈਰੋਰਿਸਟ ਦੀ ਮਦਦ ਕਰਦਾ ਸੀ। ਉਹਨਾਂ ਦੇ ਕੇਸ, ਉਹਦੀ ਘਰ ਵਾਲੀ ਦਾ ਕੀ ਕਸੂਰ ਸੀ ਜੀ? ਉਹਦੇ 2 ਸਾਲ ਦੇ ਬੱਚੇ ਤੱਕ ਤਿੰਨੇ ਜਿਹੜੇ ਇੱਕੇ ਵਾਰ ਮਾਰ ਦਿੱਤੇ ਗਏ, ਇਸੇ ਕਰਕੇ ਮਾਰ ਦਿੱਤੇ ਵੀ ਉਹ ਕੇਸ ਉਹਨਾਂ ਦੇ ਜਿਨ੍ਹਾਂ ਨੂੰ ਇਹ ਟੈਰੋਰਿਸਟ ਕਰਕੇ ਫੜਦੇ ਸੀ, ਜਿਨ੍ਹਾਂ ਨੂੰ ਟੈਰੋਰਿਸਟ ਕਰਕੇ ਟੌਰਚਰ ਕਰਦੇ ਸੀ, ਟੌਰਚਰ ਕਰਕੇ ਮਾਰ ਹੀ ਦਿੰਦੇ ਸੀ। ਮਾਰਦੇ ਜੇ ਨਹੀਂ ਸੀ ਮਰਦਾ ਉਹਦੇ ਤੇ 1 ਕੇਸ, 2 ਕੇਸ, 7 ਕੇਸ ਉਹ ਪਾ ਕੇ ਉਹਨਾਂ ਨੂੰ ਅੰਦਰ ਕਰੀ ਜਾਂਦੇ ਸੀ। ਉਹਨੂੰ ਮਾਰ ਦਿੱਤਾ ਗਿਆ। ਉਹਦਾ ਇਨਸਾਫ ਸੁਪਰੀਮ ਕੋਰਟ ਤੋਂ ਕੇਸ ਪਹਿਲੇ ਕੇਸ ਇਨਕੁਆਇਰੀ ਕਰਵਾਇਆ ਗਿਆ, ਫਿਰ ਉਹਦਾ ਜਿਹੜਾ ਹੈ ਰਜਿਸਟਰ ਕੀਤਾ ਗਿਆ। ਰਜਿਸਟ੍ਰੇਸ਼ਨ ਤੋਂ ਬਾਅਦ ਜਿਹੜਾ ਹੈ ਉਹ ਤੁਹਾਨੂੰ ਕੈਦ ਹੋਈ। ਕਿੰਨੇ ਸਾਲ ਲੰਘੇ ਜੀ? ਕੁਲਵੰਤ ਸਿੰਘ ਦਾ ਤਾਂ ਕੋਈ ਜੀ ਨਹੀਂ ਰਹਿ ਗਿਆ, ਮਾਰਿਆ ਗਿਆ, ਸਾਰੇ ਦਾ ਸਾਰਾ ਪਰਿਵਾਰ ਬਰਬਾਦ ਕਰ ਦਿੱਤਾ। ਉਹਦੀ ਇਨਸਾਫ ਦੀ ਕੀ ਗੱਲ ਕਰੀਏ? ਕੌਣ ਕਰੇਗਾ? ਉਹਨੂੰ ਕਿਹੜੀ ਸਿਸਟਮ ਦੇ ਵਿੱਚ ਲਿਆ ਕੇ ਵੇਖੀ ਵੀ ਉਹਦੇ ਨਾਲ ਕਾਨੂੰਨੀ ਗੱਲ ਹੋਈ ਹੈ? ਐਡਾ ਵੱਡਾ ਬੇਇਨਸਾਫੀ ਦਾ ਆਲਮ ਵੀ ਜਿਹੜਾ ਬੰਦਾ ਜਿਹੜਾ ਆਵਾਜ਼ ਉਠਾਉਂਦਾ ਉਹਨੂੰ ਨਹੀਂ ਮਾਰ ਦਿਓ। ਇੱਕ ਆਖਰੀ ਸਵਾਲ ਮੈਂ ਕਰਾਂਗਾ, ਨਿੱਜੀ ਸਵਾਲ।
ਤੁਸੀਂ ਕਹਿ ਰਹੇ ਸੀ ਉਸ ਵੇਲੇ ਇਹਨਾਂ ਕੇਸਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਜੀ। ਤੁਹਾਨੂੰ ਉਸ ਦੌਰਾਨ ਕੋਈ ਧਮਕੀ ਮਿਲੀ ਕਦੇ? ਦੇਖੋ ਅਸੀਂ ਨਾਰਮਲ ਲਾਈਫ 'ਚ ਬੜੇ ਡਿਸਟਰਬ ਰਹੇ ਹਾਂ। ਤੁਸੀਂ ਡਿਸਟਰਬੈਂਸ ਦੀ ਜਿਹੜੀ ਗੱਲ ਕਰ ਦਿੱਤੀ ਆ, ਸਾਡੇ ਪਰੇਸ਼ਾਨੀ ਦਾ ਕੋਈ ਬੜਾ ਵੱਡਾ ਆਲਮ ਸੀ, ਕਿਉਂਕਿ ਅਸੀਂ ਵੀ ਇਹ ਮਹਿਸੂਸ ਕਰਦੇ ਸੀ ਪਤਾ ਨਹੀਂ ਕਿਹੜੇ ਵੇਲੇ ਅਸੀਂ ਜਿਹੜੇ ਪਰੇਸ਼ਾਨੀ 'ਚ ਆ ਜਾਈਏ। ਹੁਣ ਬਿਆਨ ਸਿੰਘ ਦਾ ਕੇਸ ਹੈ, ਇਹ ਇਸ ਤਰ੍ਹਾਂ ਦਾ ਟਰਾਇਲ ਹੋਰ ਕੋਈ ਰੇਅਰ ਸੀ ਕਿ ਸਾਨੂੰ ਜੇਲ੍ਹ 'ਚ ਜਾ ਕੇ ਟਰਾਇਲ ਕਰਨਾ ਪੈਂਦਾ ਸੀ। ਉਹਨਾਂ ਨੂੰ ਨਾ ਕਿਸੇ ਆਪਣੇ ਪਰਿਵਾਰ ਨੂੰ ਮਿਲ ਦਿੱਤਾ ਜਾਂਦਾ ਸੀ, ਨਾ ਉਹਨੂੰ ਕਿਸੇ ਹੋਰ ਸੱਜਣ ਨੂੰ ਮਿਲ ਦਿੱਤਾ, ਸਿਵਾਏ ਵਕੀਲਾਂ ਤੋਂ। ਉੱਥੇ ਅਸੀਂ 2 ਵਜੇ ਜਾਣਾ, ਰਾਤ ਦੇ 5 ਵਜੇ ਆਉਣਾ। 13 ਸਾਲ ਅਸੀਂ ਇਸ ਤਰ੍ਹਾਂ ਕੇਸ ਭੁਗਤਦੇ ਰਹੇ ਹਾਂ। ਔਰ ਉੱਥੇ ਇਸ ਤਰ੍ਹਾਂ ਦੀ ਸਾਡੀ ਬੇਇੱਜ਼ਤੀ ਹੁੰਦੀ ਸੀ ਜਿਹੜੀ ਤੁਸੀਂ ਮਹਿਸੂਸ ਕਰੋਗੇ ਵੀ ਐਡਾ ਵੱਡਾ ਘਟੀਆ। ਅਸੀਂ ਚਾਹੁੰਦੇ ਸੀ ਪਹਿਲੇ ਸਾਡੀ ਕਾਰ ਜਿਹੜੀ ਸੀ ਉਹ ਇਹ ਜਿਹੜੀ ਸੀ ਪਰਮਿਸ ਜਿਹੜਾ ਆਊਟਰ ਗੇਟ ਹੈ ਉੱਥੋਂ ਅੰਦਰ ਜਾ ਕੇ ਤੇ ਜੇਲ੍ਹ ਦੇ ਲਾਗੋਂ ਕੋਈ 100 ਕੁ ਕਦਮ ਤੇ ਅਸੀਂ ਖੜੀ ਕਰ ਦਿੰਦੇ। ਉਸ ਤੋਂ ਬਾਅਦ ਇਹਨਾਂ ਨੇ ਕਰ ਦਿੱਤਾ ਵੀ ਨਹੀਂ, ਤੁਸੀਂ ਜਿਹੜੀ ਆਪਣੀ ਗੱਡੀਆਂ ਨੇ ਉਹ 200 ਗਜ਼ ਦੇ ਦੂਰ ਲਾ ਕੇ ਆਓ। ਔਰ ਜਿੱਥੇ ਸਾਡੀਆਂ ਗੱਡੀਆਂ ਖੜਾਉਣੀਆਂ ਉੱਥੇ ਜਦੋਂ ਮੀਂਹ ਪੈਣਾ ਉੱਥੇ ਗੱਡੀ ਖਲਾਉਣ ਲਈ ਸਾਡੇ ਸਾਰੇ ਬੂਟ ਲਿਬੜ ਜਾਣੇ, ਸਾਡੀਆਂ ਪੈਂਟਾਂ ਖਰਾਬ ਹੋ ਜਾਣੀਆਂ। ਅਸੀਂ ਰੌਲਾ ਪਾਉਣਾ ਵੀ ਇਹ ਕਿਉਂ ਕਰ ਰਹੇ ਵੀ ਸਾਡੇ ਨਾਲ, ਸਾਡਾ ਜਿਹੜਾ ਤੁਹਾਡਾ CBI ਦਾ ਵਕੀਲ ਉਹ ਸਾਡੇ ਨਾਲ ਸੁਪੀਰੀਅਰ ਹੈ, ਸਾਡੀ ਵੀ ਉਹ ਸਟੇਟਸ, ਉਹਦੀ ਵੀ ਸਟੇਟਸ ਹੈ, ਉਹ ਸਟੇਟ ਵੱਲੋਂ ਅਸੀਂ ਮੁਲਜ਼ਮ ਵੱਲੋਂ, ਲੇਕਿਨ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਸੀ। ਇੱਥੋਂ ਤੱਕ ਵੀ ਨੌਬਤ ਪਹੁੰਚ ਗਈ ਸਰ। ਸਾਨੂੰ ਜਦੋਂ ਅਸੀਂ ਜੇਲ੍ਹ 'ਚ ਐਂਟਰ ਹੁੰਦੇ ਸੀ, ਸਾਡੀ ਫ੍ਰਿਸਕਿੰਗ ਜਿਹੜੀ ਆ, ਇੱਕ ਤੋਂ ਮਸ਼ੀਨ ਲਾਈ ਸੀ, ਉਹਦੇ ਨਾਲ ਕਰਕੇ ਫਿਰ ਸਾਡਾ ਕੱਲਾ ਅੰਗ ਟੋਣਾ। ਮੈਂ ਇਤਰਾਜ਼ ਕਰਨਾ, ਬਾਕੀ ਜਿਹੜਾ ਸਟੇਟ ਦਾ ਕੌਂਸਲ ਹੋ ਜਾਂਦਾ ਉਹਦੀ ਤਾਂ ਤੁਸੀਂ ਲੈਂਦੇ ਨਹੀਂ ਤਲਾਸ਼ੀ, ਨਹੀਂ ਸਾਡੀ ਕਿਉਂ ਤਲਾਸ਼ੀ ਲੈਂਦੇ ਆ? ਉਹ ਜਿੱਦਾਂ ਉਹਨਾਂ ਦੀ ਤਲਾਸ਼ੀ ਕਹਿੰਦੇ ਉਹਦਾ ਕਰ। ਇੱਕ ਦਿਨ ਉਹਨਾਂ ਨੇ ਪੁਲਿਸ ਬੁਲਾ ਲਈ ਵੀ ਇਹਨਾਂ ਨੂੰ ਅਰੈਸਟ ਕਰ ਲਓ। ਫੋਰਚੂਨੇਟਲੀ ਉਸ ਦਿਨ ਮੈਂ ਉੱਥੇ ਗਿਆ ਨਹੀਂ, ਕੋਈ ਕਾਰਨ ਹੋ ਗਿਆ, ਤੇ ਨਹੀਂ ਤਾਂ ਉਹਨਾਂ ਕੇਸ 'ਚ ਸਾਨੂੰ ਅਰੈਸਟ ਕਰੀ ਜਾਂਦੇ। ਇੱਕ 506 ਦਾ ਕੇਸ ਬਣਾ ਦਿੱਤਾ ਸੀ ਮੇਰੇ ਕੋਲ ਵੀ ਤੁਸੀਂ ਉੱਥੇ ਜੇਲ੍ਹ 'ਚ ਜਾ ਕੇ ਮਿਸਬਿਹੇਵ ਕੀਤਾ। ਉਹ 3-4 ਸਾਲ ਮੈਂ ਫੇਸ ਕਰਦਾ ਰਿਹਾ। ਇਸ ਤਰ੍ਹਾਂ ਦੀਆਂ ਪ੍ਰੋਬਲਮ ਤਾਂ ਹੈ ਸਨ। ਅਦਾਲਤਾਂ ਸਾਨੂੰ ਸੁਣਨ ਨੂੰ ਤਿਆਰ ਨਹੀਂ, ਸਾਨੂੰ ਉਹ ਸਟੇਟਸ ਨਹੀਂ ਮਿਲ ਰਿਹਾ ਜਿਹੜਾ ਦੂਜੇ ਕੌਂਸਲ ਨੂੰ ਮਿਲ ਰਿਹਾ। ਸਾਡੇ ਨਾਲ BC ਕੀਤੀ ਜਾਂਦੀ ਸਗੋਂ ਸਾਡੀ, ਅਸੀਂ ਫਿਰ ਵੀ ਇਹ ਕੇਸ ਲੜਦੇ ਰਹੇ। ਨਤੀਜਾ ਕਿਉਂ ਇਹ ਲੜਨ ਇਸ ਕਰਕੇ ਲੜਦੇ ਰਹੇ ਹਾਂ ਵੀ ਕੋਈ ਚਾਰਾ ਹੀ ਨਹੀਂ ਹੈਗਾ, ਤੇ ਕਿੱਦਾਂ ਕਹੀਏ ਵੀ ਇਨਸਾਫ ਹੋ ਰਿਹਾ ਜੀ। ਚਲੋ ਬਹੁਤ ਧੰਨਵਾਦ ਚਾਹਲ ਸਾਹਿਬ, ਇਹ ਮੈਂ ਇੰਟਰਵਿਊ ਅਧੂਰਾ ਛੱਡ ਰਿਹਾ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਸਰ। ਓਕੇ, ਇਹ ਇੰਟਰਵਿਊ ਅਧੂਰਾ ਕਿਉਂਕਿ ਚਾਹਲ ਸਾਹਿਬ ਕੋਲੇ ਹੋਰ ਬਹੁਤ ਕੁਝ ਸੀ ਦੱਸਣ ਨੂੰ, ਤੇ ਇਨਸਾਫ ਵੀ ਅਧੂਰਾ। ਇਹ ਕਹਿੰਦੇ ਜਦੋਂ ਤੱਕ ਇਨਸਾਫ ਅਧੂਰਾ ਮੈਂ ਲੜਾਈ ਲੜਦਾ ਰਹੂੰਗਾ। ਬਹੁਤ ਧੰਨਵਾਦ।